ਜਮਾਤੀ ਪੱਖ ਤੋਂ ਮਤਲਬ ਹੁਣ ਤੱਕ ਦਾ ਮਤਲਬ ਭਾਰਤੀ ਹਕੂਮਤ ਦੁਆਰਾ ਮਤਲਬ ਸਿੱਖਾਂ ਦੇ ਉੱਪਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਸਿਆਸੀ ਕਤਲੇਆਮ ਕੀਤੇ ਗਏ। ਸਟੇਟ ਸਪਾਂਸਰਡ ਕਤਲੇਆਮ ਕੀਤੇ ਗਏ, ਜਿਨੋਸਾਈਡ ਕੀਤਾ ਗਿਆ, ਨਿਰਦੋਸ਼ੀ ਸਿੱਖਾਂ ਨੂੰ ਮਾਰਿਆ ਗਿਆ, ਉਹਨਾਂ ਦੇ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ, ਉਹਨਾਂ ਦੇ ਰਿਸੋਰਸ ਦੇ ਉੱਪਰ ਕਬਜ਼ਾ ਕਰਨ ਲਈ ਸੈਂਟਰ ਸਰਕਾਰ ਨੇ ਇਹ ਸਾਰਾ ਜਿਹੜਾ ਤਾਮਝਾਮ ਕੀਤਾ। ਵੀ ਜਿਹੜੀਆਂ ਜਿੰਨੀਆਂ ਵੀ ਮੇਨ ਸਟ੍ਰੀਮ ਪਾਰਟੀਆਂ ਨੇ ਸਾਡਾ ਕੁਝ ਨਹੀਂ ਸਵਾਰ ਸਕਦੀਆਂ ਜਦ ਤੱਕ ਲੋਕ ਨਹੀਂ ਇਕੱਠੇ ਹੁੰਦੇ, ਲੋਕ ਨਹੀਂ ਸਮਝਦੇ ਹੈ ਨਾ ਵੀ ਸਾਡੇ ਨਾਲ ਕੀ ਵਾਪਰਿਆ ਤੇ ਅਸੀਂ ਕੀ ਕਰਨਾ ਤੇ ਗਾਹਾਂ ਤੋਂ ਸਾਡੇ ਨਾਲ ਜਿਹੜਾ ਕੁਝ ਨਾ ਵਾਪਰੇ। ਉਹ ਨਾ ਦੇਖਦੇ ਹੋ ਜਦ ਕਿ ਫੌਜ ਅਟੈਕ ਕਰਦੀ ਹੈ ਤਾਂ ਉਹਦੇ ਵਿੱਚ ਕੁਝ ਇਹੋ ਜਿਹੇ ਚਿਹਰੇ ਸਨ ਜਿਨ੍ਹਾਂ ਨੇ ਉਸ ਟਾਈਮ ਮਤਲਬ ਬੇਅਦਬੀ ਦੇ ਨਾਲ ਸ਼ੋਸ਼ਣ ਵੀ ਕੀਤਾ। ਲੋਕਾਂ ਨੂੰ ਵੀ ਇਹਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਕਿ ਅਸਲ ਵਿੱਚ ਸਾਡੀਆਂ ਸਰਕਾਰਾਂ ਸਾਡੇ ਉੱਪਰ ਕਿਸ ਤਰ੍ਹਾਂ ਦਾ ਸ਼ਿਕੰਜਾ ਕੱਸਣਾ ਚਾਹੁੰਦੀਆਂ ਨੇ ਔਰ ਉਹ ਸ਼ਿਕੰਜੇ ਤੋਂ ਅਸੀਂ ਬਚਣਾ ਕਿਸ ਤਰ੍ਹਾਂ। ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਹ ਘੱਟ ਗਿਣਤੀ ਦੇ ਲੋਕਾਂ ਉੱਪਰ ਵੱਧ ਬੰਦਿਆਂ ਦਾ ਅਟੈਕ ਸੀ, ਜਿਹੜਾ ਕਿ ਉਹ ਧਰਮ ਦੇ ਨਾਂ 'ਤੇ ਸੀ, ਸਿਆਸਤ ਦੇ ਨਾਂ 'ਤੇ ਸੀ, ਤਾਂ ਬਿਲਕੁਲ ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਵਿੱਚ ਜੇ ਆਪਾਂ 84 ਦੀ ਗੱਲ ਕਰਦੇ ਹਾਂ, ਪੰਜਾਬ ਦੇ ਵੀ ਲੋਕਲ ਲੀਡਰ ਇੱਥੇ ਨਾਲ ਹੀ ਸੀ ਉਹਨਾਂ ਦੇ। ਅੱਜ ਪੋਲੀਟਿਕਸ 'ਚ ਬੈਠੇ ਆ ਵੀ ਅਸੀਂ ਹਾਂ ਉਹ ਸਾਰਾ ਉਸ ਟਾਈਮ ਤੋਂ ਚੱਲਿਆ ਆਉਂਦਾ ਹੈ। ਇਹਨਾਂ ਨੂੰ ਕੋਈ ਨਹੀਂ ਕਿਸੇ ਮਤਲਬ ਨਾਲ, ਨਾ ਇਹਨਾਂ ਨੂੰ ਆਦੇ ਧਰਮ ਨਾਲ, ਨਾ ਆਦੇ ਲੋਕਾਂ ਨਾਲ। ਸਾਡੇ ਸਾਹਮਣੇ ਇੱਥੇ ਰੋਜ਼ਗਾਰ ਦਾ ਇਸ਼ੂ ਹੈ, ਸਾਡੇ ਸਾਹਮਣੇ ਇੱਥੇ ਸਿਹਤ ਦਾ ਇਸ਼ੂ ਹੈ, ਸਾਡੇ ਸਾਹਮਣੇ ਮਤਲਬ ਕਿ ਜਿਹੜੀਆਂ ਸਾਡੀਆਂ ਜ਼ਰੂਰੀ ਲੋੜਾਂ ਨੇ ਜਿਹਨੂੰ ਅਸੀਂ ਰੋਟੀ ਕੱਪੜਾ ਮਕਾਨ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ, ਉਹ ਸਾਡੇ ਸਾਹਮਣੇ ਉਹ ਲੋੜਾਂ ਵੀ ਨੇ। 1984 ਆਪਰੇਸ਼ਨ ਬਲੂ ਸਟਾਰ ਕਦੇ ਨਹੀਂ ਭੁੱਲਿਆ ਜਾ ਸਕਦਾ, ਨਾ ਕਦੇ ਭੁੱਲਣਯੋਗ। ਸਤਿ ਸ਼੍ਰੀ ਅਕਾਲ ਜੀ, ਮੈਂ ਅਕਸ਼ਦੀਪ ਸਿੰਘ, ਤੁਸੀਂ ਦੇਖ ਰਹੇ ਹੋ ਸਟਾਰ ਕੈਨੇਡਾ ਟੀਵੀ। ਜੂਨ ਦਾ ਮਹੀਨਾ ਜਦ ਚੜ੍ਹਦਾ ਹੈ ਤਾਂ ਪਹਿਲਾ ਹਫਤਾ ਯਾਦ ਕਰਕੇ ਦਿਲ ਰੋਣ ਲੱਗ ਜਾਂਦਾ ਹੈ, ਕਿਉਂਕਿ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ ਤੇ ਅਕਾਲ ਤਖਤ ਸਾਹਿਬ ਢਾਹ ਢੇਰੀ ਕਰ ਦਿੱਤਾ ਜਾਂਦਾ ਹੈ ਤੇ ਇਸ ਹਮਲੇ ਦੌਰਾਨ ਹਜ਼ਾਰਾਂ ਹੀ ਨਿਰਦੋਸ਼ ਲੋਕ ਮਾਰ ਦਿੱਤੇ ਜਾਂਦੇ ਨੇ ਤੇ ਸਿੰਘ ਤੇ ਸਿੰਘਣੀਆਂ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ। ਕੀ ਲੋਕ ਇਸ ਬਾਰੇ ਜਾਣਦੇ ਨੇ ਕਿ ਆਪਰੇਸ਼ਨ ਬਲੂ ਸਟਾਰ ਕੀ ਹੈ, ਇਹ ਕਦੋਂ ਹੋਇਆ, ਕਿ ਉਹਨਾਂ ਨੂੰ ਕੋਈ ਜਾਣਕਾਰੀ ਹੈ? ਅੱਜ ਅਸੀਂ ਇਸ ਪੇਸ਼ਕਸ਼ ਦੇ ਵਿੱਚ ਲੋਕਾਂ ਨਾਲ ਇਹੀ ਗੱਲਬਾਤ ਕਰਨ ਜਾਵਾਂਗੇ ਕਿ ਉਹਨਾਂ ਨੂੰ ਆਪਰੇਸ਼ਨ ਬਲੂ ਸਟਾਰ ਬਾਰੇ ਕਿੰਨਾ ਕੁ ਪਤਾ ਹੈ ਤੇ ਇਹ ਵੀ ਪੁੱਛਾਂਗੇ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਸ ਮਸਲੇ 'ਤੇ ਲੋਕਾਂ ਕੋਲੋਂ ਵੋਟਾਂ ਬਟੋਰਦੀਆਂ ਨੇ, ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਸ਼ਹੀਦਾਂ ਨੂੰ ਯਾਦ ਕਰਕੇ ਆਪਣੇ ਭਾਸ਼ਣਾਂ ਦੇ ਵਿੱਚ ਉਹਨਾਂ 'ਤੇ ਜਿਹੜੇ ਜ਼ਖਮ ਹਰੇ ਨੇ ਉਹਨਾਂ 'ਤੇ ਮੱਲਮ ਲਾਉਣ ਦੀ ਥਾਂ ਉਹ ਨਮਕ ਛਿੜਕਦੀਆਂ ਨੇ। ਕੀ ਲੱਗਦਾ ਹੈ ਲੋਕਾਂ ਨੂੰ ਕਿ ਉਹ ਇਸ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਨੇ? ਆਓ ਫਿਰ ਜਾਣਦੇ ਹਾਂ ਲੋਕਾਂ ਨਾਲ ਗੱਲਬਾਤ ਕਰਕੇ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸੰਦੀਪ। ਤੁਹਾਡਾ ਜੀ? ਮੇਰਾ ਨਾਮ ਸੁਖਦੇਵ ਸਿੰਘ ਹੈ ਜੀ। ਆਪਰੇਸ਼ਨ ਬਲੂ ਸਟਾਰ ਜਦ ਵੀ ਸੁਣਦੇ ਹਾਂ ਤੇ ਦਿਲ ਝੰਜੋੜਿਆ ਜਾਂਦਾ ਹੈ ਤੇ ਰੋਂਗਟੇ ਵੀ ਖੜੇ ਹੋ ਜਾਂਦੇ ਨੇ। ਪਤਾ ਹੈ ਕੀ ਹੈ ਬਲੂ ਸਟਾਰ, ਆਪਰੇਸ਼ਨ ਬਲੂ ਸਟਾਰ? ਹਾਂ, ਮਤਲਬ ਅਗਰ ਤੁਸੀਂ ਇਹਨੂੰ ਦੂਜੇ ਜਮਾਤੀ ਪੱਖ ਤੋਂ ਦੇਖੋ ਤਾਂ ਜਮਾਤੀ ਪੱਖ ਤੋਂ ਮਤਲਬ ਹੁਣ ਤੱਕ ਦਾ ਮਤਲਬ ਭਾਰਤੀ ਹਕੂਮਤ ਦੁਆਰਾ ਮਤਲਬ ਸਿੱਖਾਂ ਦੇ ਉੱਪਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਸਿਆਸੀ ਕਤਲੇਆਮ ਕੀਤੇ ਗਏ। ਮਤਲਬ ਸਟੇਟ ਦੁਆਰਾ ਸਟੇਟ ਸਪਾਂਸਰਡ ਕਤਲੇਆਮ ਕੀਤੇ ਗਏ, ਜਿਨੋਸਾਈਡ ਕੀਤਾ ਗਿਆ, ਨਿਰਦੋਸ਼ੀ ਸਿੱਖਾਂ ਨੂੰ ਮਾਰਿਆ ਗਿਆ, ਉਹਨਾਂ ਦੇ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ, ਉਹਨਾਂ ਦੇ ਰਿਸੋਰਸ ਦੇ ਉੱਪਰ ਕਬਜ਼ਾ ਕਰਨ ਲਈ ਸੈਂਟਰ ਸਰਕਾਰ ਨੇ ਇਹ ਸਾਰਾ ਜਿਹੜਾ ਤਾਮਝਾਮ ਕੀਤਾ। ਤਾਂ ਉਹ ਕੀ ਸੀਗਾ ਕਿ ਇਹ ਵੋਟ ਬੈਂਕ ਦੀ ਪੋਲੀਟਿਕਸ ਦੇ ਵਿੱਚ ਸੀ। ਵੋਟ ਬੈਂਕ ਦੀ ਪੋਲੀਟਿਕਸ ਦਾ ਮਤਲਬ ਇਹੀ ਆ ਕਿ ਇੱਕ ਵੱਡੀ ਬਹੁ ਗਿਣਤੀ ਬ੍ਰਾਹਮਣਵਾਦੀ ਸੱਤਾ ਭਾਰਤੀ ਹਕੂਮਤ ਨੇ ਕਿ ਇਹਦੇ ਜਿਹੜੇ ਚਿਹਰੇ ਨੇ, ਚਾਹੇ ਉਹ ਕਾਂਗਰਸ ਆ, ਬੀਜੇਪੀ ਆ, ਇਹਨਾਂ ਨੇ ਇਕੱਠੇ ਹੋ ਕੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਇਹਨਾਂ ਨੇ ਇੱਥੇ ਦੇ ਲੋਕਾਂ ਨੂੰ ਮਤਲਬ ਕਿਉਂਕਿ ਪੰਜਾਬ ਦੇ ਵਿੱਚੋਂ ਹਮੇਸ਼ਾ ਵਿਰੋਧੀ ਆਵਾਜ਼ ਉੱਠਦੀ ਰਹੀ ਆ, ਮਤਲਬ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਚੰਡੀਗੜ੍ਹ ਦਾ ਮਸਲਾ ਹੋਵੇ, ਜਾਂ ਜਿੰਨੇ ਵੀ ਪੰਜਾਬ ਦੇ ਮੁੱਦੇ ਨੇ ਚੰਡੀਗੜ੍ਹ ਦੇ ਭਾਸ਼ਾ ਨੂੰ ਲੈ ਕੇ, ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ, ਤਾਂ ਇਹ ਸਾਰੇ ਮੁੱਦੇ ਪੰਜਾਬ 'ਚੋਂ ਆਵਾਜ਼ ਨਿਕਲਦੀ ਰਹੀ ਆ, ਮਤਲਬ ਪਹਿਲਾਂ ਵੀ ਨਿਕਲਦੀ ਰਹੀ ਆ। ਤਾਂ ਉਹ ਪੰਜਾਬ ਦੀ ਆਵਾਜ਼ ਦਬਾਉਣ ਦੇ ਲਈ, ਸਿੱਖਾਂ ਦੀ ਆਵਾਜ਼ ਦਬਾਉਣ ਦੇ ਲਈ ਘੱਟ ਗਿਣਤੀ ਵਿਰੋਧੀ ਜਿਹੜਾ ਚਿਹਰਾ ਭਾਰਤੀ ਹਕੂਮਤ ਦਾ ਉਹ ਨੰਗਾ ਹੋਇਆ ਤੇ ਉਸੇ ਘੱਟ ਗਿਣਤੀ ਵਿਰੋਧੀ ਮਾਨਸਿਕਤਾ 'ਚੋਂ ਇਹ ਸਾਰਾ ਹਮਲਾ ਕੀਤਾ ਗਿਆ। ਮਤਲਬ ਅਗਰ ਤੁਸੀਂ 84 ਤੋਂ ਪਹਿਲਾਂ ਵਾਲੇ ਪੀਰੀਅਡ ਦੇਖੋ,
ਮਤਲਬ ਉਹਦੇ ਵਿੱਚ ਸਾਰੀਆਂ ਪੰਜਾਬੀ ਸੂਬਾ ਮੂਵਮੈਂਟ ਹੈ, ਮਤਲਬ ਹੈ ਨਾ, ਪੰਜਾਬੀ ਸੂਬਾ ਮੂਵਮੈਂਟ ਦੇ ਵਿੱਚ ਪੰਜਾਬ ਦੇ ਜਿਹੜੇ ਜੈਨੂਅਨ ਜਿਹੜੀਆਂ ਡਿਮਾਂਡਸ ਨੇ ਉਹਨੂੰ ਲੈ ਕੇ ਸਾਰੀ ਚੀਜ਼ ਚੱਲ ਰਹੀ ਹੈ। ਉਹਨੂੰ ਫਿਰਕੂ ਕਲਰ ਭਾਰਤੀ ਹਕੂਮਤ ਨੇ ਦਿੱਤਾ ਤੇ ਉਹਨੂੰ ਸਿਰਫ ਸਿੱਖਾਂ ਦੀਆਂ ਮੰਗਾਂ ਕਹਿ ਕੇ ਭੰਨਿਆ ਗਿਆ, ਜਦ ਕਿ ਸਾਰੀਆਂ ਪੰਜਾਬੀਅਤ ਦੀਆਂ ਮੰਗਾਂ ਸੀਗੀਆਂ। ਤਾਂ ਉਹਦੇ ਆਧਾਰ ਤੇ ਫਿਰਕੂ ਕਰਕੇ ਇੱਕ ਵੱਡੀ ਹਿੰਦੂ ਬਹੁ ਗਿਣਤੀ ਨੂੰ ਸੈਟੀਸਫਾਈ ਕਰਨ ਦੇ ਲਈ ਇਹ ਸਾਰਾ ਕਾਂਗਰਸ ਦਾ ਜਿਹੜਾ ਛੜਯੰਤਰ ਸੀਗਾ ਸਿੱਖਾਂ ਦੇ ਖਿਲਾਫ ਰਲਿਆ ਗਿਆ। ਉਹਦੇ ਵਿੱਚ ਅਟਲ ਬਿਹਾਰੀ ਵਾਜਪੇਈ ਵਰਗੇ, ਅਡਵਾਨੀ ਵਰਗੇ, ਉਹਨਾਂ ਨੇ ਵੀ ਮਤਲਬ ਪੂਰਾ ਪ੍ਰੈਸ਼ਰ ਪਾਇਆ, ਮਾਰਚ ਕੱਢੇ ਕਿ ਦਰਬਾਰ ਸਾਹਿਬ 'ਤੇ ਹਮਲਾ ਕਰੋ। ਤਾਂ ਇਸ ਤਰ੍ਹਾਂ ਦਾ ਹਕੂਮਤ ਦਾ ਚਿਹਰਾ ਉਹ ਨੰਗਾ ਹੋਇਆ। ਤੇ ਅੱਜ ਦੀ ਡੇਟ ਦੇ ਵਿੱਚ ਵੀ ਵੱਡੇ ਪੱਧਰ 'ਤੇ ਕਿ ਕੋਈ ਸਿੱਖ ਨੌਜਵਾਨ ਅਗਰ ਕੋਈ ਲਿਟਰੇਚਰ ਪੜ੍ਹ ਰਿਹਾ, ਚਾਹੇ ਉਹ ਖਾਲਿਸਤਾਨ ਦਾ ਕੋਈ ਲਿਟਰੇਚਰ ਆ, ਕੋਈ ਸਿੱਖਾਂ ਦਾ ਕੋਈ ਲਿਟਰੇਚਰ ਆ, ਉਹਨੂੰ ਇਸ ਆਧਾਰ 'ਤੇ ਚੱਕ ਲਿਆ ਜਾਂਦਾ ਕਿ ਉਹ ਕੀ ਪੜ੍ਹ ਰਿਹਾ। ਉਹਦੇ ਉੱਪਰ ਖਾਲਿਸਤਾਨੀ ਟੈਗ ਲਾਇਆ, ਉਹਨੂੰ ਚੱਕ ਕੇ ਮਤਲਬ ਫਗਵਾੜੇ ਦੇ ਵਿੱਚ ਦੇਖਿਆ ਸੀ ਕਿ 3 ਸਿੱਖ ਨੌਜਵਾਨਾਂ ਦੇ ਉੱਪਰ ਐਵੇਂ ਇਹਨਾਂ ਨੇ ਕੀਤਾ ਕਿ ਉਹਨਾਂ ਨੂੰ ਜੇਲ੍ਹ 'ਚ ਡੱਕ ਰੱਖਿਆ। ਮਤਲਬ ਹਜ਼ਾਰਾਂ ਸਿੱਖ ਨੌਜਵਾਨ ਜੇਲ੍ਹਾਂ 'ਚ ਸੜ ਰਹੇ ਨੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ, ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਤਾਂ ਵੀ ਜੇਲ੍ਹ 'ਚ ਨੇ ਉਹ। ਤਾਂ ਇਹ ਚਿਹਰਾ ਭਾਰਤੀ ਹਕੂਮਤ ਦਾ ਚਿਹਰਾ, ਸਿੱਖ ਵਿਰੋਧੀ ਚਿਹਰਾ ਸਾਫ਼, ਮਤਲਬ ਸਾਨੂੰ ਮੀਡੀਆ ਦੇ ਵਿੱਚ ਵੀ ਇਹੀ ਗੱਲ ਕਰਨੀ ਚਾਹੀਦੀ ਹੈ ਕਿ ਇਹ ਚਿਹਰਾ ਇਹ ਮੁਸਲਮਾਨ ਵਿਰੋਧੀ ਨੇ, ਇਹ ਔਰਤ ਵਿਰੋਧੀ ਨੇ। ਭਾਰਤੀ ਹਕੂਮਤ ਦਾ ਚਿਹਰਾ ਇਹ ਦਲਿਤ ਵਿਰੋਧੀ ਨੇ, ਆਦੀਵਾਸੀ ਵਿਰੋਧੀ ਨੇ, ਇਹ ਲੋਕ ਵਿਰੋਧੀ ਨੇ। ਇਹ ਇਹਨਾਂ ਦਾ ਚਿਹਰਾ। ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹ ਜਦੋਂ ਵੀ ਗੱਲ ਕਰਦੀਆਂ ਨੇ ਆਪਰੇਸ਼ਨ ਬਲੂ ਸਟਾਰ ਬਾਰੇ, ਸਾਕਾ ਨੀਲਾ ਧਾਰਾ ਬਾਰੇ, ਤੇ ਤੁਹਾਨੂੰ ਲੱਗਦਾ ਹੈ ਕਿ ਇਸ ਆਪਰੇਸ਼ਨ ਬਲੂ ਸਟਾਰ ਦਾ ਨਾਮ ਲੈ ਕੇ ਉਹ ਲੋਕਾਂ ਕੋਲੋਂ ਜਿਹੜੀਆਂ ਵੋਟਾਂ ਬਟੋਰਦੀਆਂ ਸਿਆਸੀ ਪਾਰਟੀਆਂ? ਹਾਂਜੀ ਭਾਜੀ, ਬਿਲਕੁਲ। ਸਿਆਸੀ ਪਾਰਟੀਆਂ ਜਿੰਨੀਆਂ ਵੀ ਪੰਜਾਬ ਦੀਆਂ ਹੁਣ ਤੱਕ ਸਿਆਸੀ ਪਾਰਟੀਆਂ ਰਹੀਆਂ ਨੇ, ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਰਹੀਆਂ ਨੇ, ਉਹਨਾਂ ਨੇ ਹਰ ਵਾਰ ਮਤਲਬ ਲੋਕਾਂ ਨੂੰ ਗੁੰਮਰਾਹ ਕਰਕੇ, ਤੇ ਕਈ ਵਾਰ ਲੋਕਾਂ ਨੂੰ ਹਰ ਵਾਰ ਇਹ ਲੱਗਦਾ ਵੀ ਯਾਰ ਇਹ ਨਵਾਂ ਬੰਦਾ ਆਇਆ ਤੇ ਸਾਡੀ ਗੱਲ ਕਰ ਰਿਹਾ, ਹੈ ਨਾ, ਵੀ ਅਸੀਂ ਹਰ ਵਾਰ ਇਹ ਭੁੱਲ ਜਾਂਦੇ ਹਾਂ ਵੀ ਬੰਦਾ ਜ਼ਮੀਨ 'ਤੇ ਕੀ ਕਰ ਰਿਹਾ। ਤੇ ਜੇ ਅਸੀਂ ਸਿਰਫ ਗੱਲਾਂ 'ਚ ਆ ਕੇ ਹਰ ਵਾਰ ਬੰਦੇ 'ਤੇ ਯਕੀਨ ਕਰਾਂਗੇ ਤਾਂ ਉਹਨਾਂ ਨੇ ਵੋਟਾਂ ਬਟੋਰਨੀਆਂ ਨੇ। ਤੇ ਸਾਨੂੰ ਇਹ ਸਮਝਣਾ ਹੀ ਪੈਣਾ ਵੀ ਜਿੰਨੀਆਂ ਵੀ ਮੇਨ ਸਟ੍ਰੀਮ ਪਾਰਟੀਆਂ ਨੇ ਸਾਡਾ ਕੁਝ ਨਹੀਂ ਸਵਾਰ ਸਕਦੀਆਂ ਜਦ ਤੱਕ ਲੋਕ ਨਹੀਂ ਇਕੱਠੇ ਹੁੰਦੇ, ਲੋਕ ਨਹੀਂ ਸਮਝਦੇ, ਹੈ ਨਾ, ਵੀ ਸਾਡੇ ਨਾਲ ਕੀ ਵਾਪਰਿਆ ਤੇ ਅਸੀਂ ਕੀ ਕਰਨਾ, ਤੇ ਗਾਹਾਂ ਤੋਂ ਸਾਡੇ ਨਾਲ ਜਿਹੜਾ ਕੁਝ ਨਾ ਵਾਪਰੇ, ਅਸੀਂ ਆਪਣੀਆਂ ਮੰਗਾਂ, ਆਪਣੇ ਹੱਕ ਲੈ ਸਕੀਏ, ਕਿਉਂਕਿ ਸਾਡਾ ਹਰ ਨੌਜਵਾਨ ਧੀ ਭੈਣ ਵੀ ਮਤਲਬ ਆਜ਼ਾਦੀ 'ਚ ਸਾਹ ਲੈ ਸਕੇ। ਤਾਂ ਕਰਕੇ ਮੇਨ ਸਟ੍ਰੀਮ ਪਾਰਟੀਆਂ ਤੋਂ ਕਦੇ ਕੋਈ ਆਸ ਨਹੀਂ ਰਹੀ। ਪਰ ਫਿਰ ਵੀ ਸਾਨੂੰ ਹਰ ਵਾਰ ਪਤਾ ਨਹੀਂ ਕਿਉਂ ਇਹ ਲੱਗਣ ਲੱਗ ਜਾਂਦਾ ਗੱਲਾਂ ਤੋਂ ਵੀ ਇਹ ਬੰਦੇ ਸਾਡਾ ਕੁਝ ਸਵਾਰ ਸਕਦਾ। ਇਹ ਪਹਿਲੀ ਗੱਲ ਤਾਂ ਇੱਕ ਬੰਦਾ ਸਾਡਾ ਕੁਝ ਨਹੀਂ ਸਵਾਰ ਸਕਦਾ ਜਦ ਤੱਕ ਉਹਦੇ ਨਾਲ ਇੱਕ ਟੀਮ ਨਹੀਂ ਹੈਗੀ, ਪਿੰਡਾਂ ਤੋਂ ਲੋਕ ਨਹੀਂ ਹੈਗੇ, ਸਾਡੀਆਂ ਮਾਵਾਂ ਭੈਣਾਂ ਉਹਦੇ ਬਾਰੇ ਨਹੀਂ ਜਾਣਦੀਆਂ। ਤਾਂ ਸਾਨੂੰ ਇਹ ਦੇਖਣਾ ਪੈਣਾ ਵੀ ਕਿਹੜੇ ਬੰਦੇ ਨੇ ਜਿਹੜੇ ਸਾਡੀ ਗੱਲ ਕਰਕੇ ਜ਼ਮੀਨ 'ਤੇ ਸਾਡੀ ਗੱਲ ਕਰਦੇ ਆ। ਮਾਈਕ 'ਚ ਜਾਂ ਮੀਡੀਆ ਸਾਹਮਣੇ ਹਰ ਕੋਈ ਗੱਲ ਕਰਦਾ, ਉਹਦੇ ਨਾਲ ਕਦੇ ਕੋਈ ਫਰਕ ਨਹੀਂ ਪਿਆ। ਇਹ ਵੋਟਾਂ ਬਟੋਰਦੇ ਨੇ ਤੁਹਾਡਾ ਕਹਿਣਾ? ਬਿਲਕੁਲ ਸਾਡੀਆਂ ਭਾਵਨਾਵਾਂ ਨਾਲ ਮਤਲਬ ਉਹ ਦੇਖ ਲੈਂਦੇ ਵੀ ਲੋਕਾਂ ਦਾ ਸੈਂਟੀਮੈਂਟ ਕੀ ਆ, ਲੋਕਾਂ 'ਚ ਭਾਵਨਾਵਾਂ ਕੀ ਚੱਲਦੀਆਂ। ਤਾਂ ਦੋ ਤਰ੍ਹਾਂ ਨਾਲ ਜਾਂ ਭਾਵਨਾਵਾਂ ਬਣਾਈਆਂ ਜਾਂਦੀਆਂ ਨੇ ਜਾਂ ਬਣ ਜਾਂਦਾ ਕੋਈ ਹੋਰ ਬਣਾ ਦਿੰਦਾ। ਤਾਂ ਉਹ ਭਾਵਨਾਵਾਂ ਦੀ ਜਿਹੜਾ ਗੱਲ ਕਰੂਗਾ ਉਹ ਲੋਕਾਂ ਨੂੰ ਚੰਗਾ ਲੱਗਣਾ ਹੀ ਲੱਗਣਾ, ਹੈ ਨਾ। ਪਰ ਸਾਨੂੰ ਇਹ ਸੋਚਣਾ ਪੈਣਾ ਵੀ ਕਿਹੜਾ ਬੰਦਾ ਸਿਰਫ ਗੱਲਾਂ ਕਰ ਰਿਹਾ ਤੇ ਕਿਹੜਾ ਸਾਡੇ ਲਈ ਕੰਮ ਕਰ ਰਿਹਾ। ਹਾਲੇ ਮੈਨੂੰ ਲੱਗਦਾ ਸਾਨੂੰ ਉਹ ਬੰਦਿਆਂ ਦੀ ਲੋੜ ਆ ਜਿਹੜੇ ਅੱਗੇ ਆਉਣ ਤੇ ਸਾਨੂੰ ਦਿਸਣ ਵੀ ਸੱਚੀ ਉਹ ਸੁਹਿਰਦ ਨੇ ਸਾਡੇ ਮਸਲਿਆਂ ਨੂੰ ਲੈ ਕੇ, ਚਾਹੇ ਉਹ ਸਿੱਖ ਕੌਮ ਦਾ ਮਸਲਾ, ਪੰਜਾਬ ਦਾ ਮਸਲਾ, ਕਿਸੇ ਦਾ ਵੀ ਮਸਲਾ, ਹਰ ਇੱਕ ਦੀ ਆਜ਼ਾਦੀ ਦਾ ਮਸਲਾ ਅਸਲ ਬੇਸਿਕਲੀ ਤਾਂ। ਤੇ ਜਦ ਤੱਕ ਉਹ ਨਹੀਂ ਬਣਦਾ, ਕੋਈ ਵੀ ਪਾਰਟੀ ਜਾਂ ਕੋਈ ਵੀ ਬੰਦਾ ਸਿਰਫ ਗੱਲਾਂ ਨਾਲ ਕਦੇ ਕੁਝ ਨਹੀਂ ਬਦਲਿਆ। ਧਰਮ ਦੇ ਨਾਂ ਦੇ ਨਾਲ ਜੋੜਿਆ ਜਾਂਦਾ ਹੈ ਹਮੇਸ਼ਾ ਹੀ। ਕੋਈ ਵੀ ਜਦ ਚੋਣਾਂ ਹੁੰਦੀਆਂ ਨੇ, ਖਾਸ ਤੌਰ ਤੇ ਭਾਵੇਂ ਹੁਣ 2022 ਦੇ ਵਿੱਚ ਵੀ ਆਉਣੀਆਂ ਨੇ, ਕਈ ਵਾਰ ਅਸੀਂ ਦੇਖਿਆ ਹੈ ਕਿ ਕਿਸੇ ਵੀ ਪੋਲੀਟੀਕਲ ਕੋਈ ਨੇਤਾ ਹੋਵੇ ਅਕਸਰ ਹੀ ਗੱਲ ਕਰਦਾ ਹਮੇਸ਼ਾ ਧਰਮ ਦੀ ਗੱਲ ਹੋਵੇ, ਭਾਵੇਂ ਉਹ ਹਿੰਦੂ ਧਰਮ ਹੋਵੇ ਜਾਂ ਫਿਰ ਸਿੱਖ ਧਰਮ ਹੋਵੇ ਜਾਂ ਫਿਰ ਮੁਸਲਿਮ ਧਰਮ ਹੋਵੇ। ਜਿਹੜੀਆਂ ਸਿਆਸੀਆਂ ਪਾਰਟੀਆਂ ਨੇ, ਭਾਵੇਂ ਆਪਾਂ ਸਾਕਾ ਨੀਲਾ ਧਾਰਾ ਦੀ ਗੱਲ ਕਰੀਏ ਤਾਂ ਹਜ਼ਾਰਾਂ ਹੀ ਜਿਹੜੇ ਨੌਜਵਾਨ ਹੋਣ, ਬੀਬੀਆਂ, ਭੈਣਾਂ, ਮਾਵਾਂ, ਭਾਵੇਂ ਬੱਚੇ ਹੋਣ, ਬੇਕਸੂਰ ਮਾਰੇ ਗਏ। ਜਿਹੜੀ ਸਿਆਸੀ ਪਾਰਟੀਆਂ ਨੇ, ਕੋਈ ਵੀ ਪਾਰਟੀ ਹੋਵੇ, ਉਹ ਜ਼ਖਮਾਂ ਜਿਹੜੇ ਅਜੇ ਵੀ ਹਰੇ ਨੇ ਉਹਨਾਂ 'ਤੇ ਮੱਲਮ ਲਾਉਂਦੀਆਂ ਜਾਂ ਲੂਣ ਛਿੜਕਦੀਆਂ। ਮਤਲਬ ਮੈਂ ਜਦੋਂ ਪਹਿਲਾਂ ਗੱਲ ਰੱਖੀ, ਮੈਂ ਇੱਕ ਗੱਲ ਰੱਖੀ, ਮੈਂ ਸ਼ਬਦ ਪਾਰਟੀ ਨਹੀਂ ਕੋਈ ਵਰਤਿਆ, ਮੈਂ ਕਿਹਾ ਕਿ ਭਾਰਤੀ ਹਕੂਮਤ ਦੇ ਅਲੱਗ-ਅਲੱਗ ਚਿਹਰੇ ਨੇ। ਉਹ ਵੋਟ ਤੰਤਰ ਦਾ ਇੱਕ ਜਾਲੀ ਜਾਲ ਬੁਣਿਆ ਹੋਇਆ, ਉਹਦੇ ਤਹਿਤ ਕਦੇ ਕਾਂਗਰਸ ਆਉਂਦੀ ਹੈ, ਬੀਜੇਪੀ ਆਉਂਦੀ ਹੈ, ਕਦੇ ਆਮ ਆਦਮੀ ਪਾਰਟੀ ਆਉਂਦੀ ਹੈ, ਕਦੇ ਅਕਾਲੀ ਦਲ ਪਾਰਟੀ ਨੇ। ਇਹ ਸਾਰੀਆਂ ਪਾਰਟੀਆਂ ਭਾਰਤੀ ਹਕੂਮਤ ਦੇ ਅਲੱਗ-ਅਲੱਗ ਚਿਹਰੇ ਨੇ। ਮਤਲਬ ਜਦੋਂ ਤੱਕ ਇਹ ਵੋਟ ਤੰਤਰ ਆ ਉਦੋਂ ਤੱਕ ਸਾਡੇ ਜਿਹੜੇ ਇਸ਼ੂ ਨੇ, ਸਾਡੇ ਜਿਹੜੇ ਮੁੱਦੇ ਨੇ, ਉਹਨਾਂ ਨੂੰ ਮੱਦੇ ਨਜ਼ਰ ਸਾਡੇ ਉੱਪਰ ਸਿਆਸਤ ਕਰਦੇ ਰਹਿੰਦੇ ਨੇ। 84 ਦਾ ਮੁੱਦਾ ਵੋਟਾਂ ਨਾਲ ਥੋੜ੍ਹੀ ਹੱਲ ਹੋਣਾ, ਪੰਜਾਬੀਅਤ ਦਾ ਮੁੱਦਾ ਇਹ ਵੋਟਾਂ ਨਾਲ ਥੋੜ੍ਹੀ ਹੱਲ ਹੋਣਾ। ਇਹ ਲੋਕ ਕਿੰਨੇ ਇਕੱਠ ਦੇ ਵਿੱਚ ਮੌਜੂਦ ਨੇ, ਕਿੰਨੀ ਸਾਡੀ ਯੂਨਿਟੀ ਆ, ਕਿੰਨੇ ਅਸੀਂ ਆਰਗੇਨਾਈਜੇਸ਼ਨਲੀ ਮਜ਼ਬੂਤ ਆ, ਕਿ ਮਤਲਬ ਲੋਕਤੰਤਰ ਦੇ ਵਿੱਚ ਜੇਕਰ ਸੱਚਮੁੱਚ ਦਾ ਹੁੰਦਾ ਉਹਦੇ ਵਿੱਚ ਇੱਕੋ ਹੀ ਗੱਲ ਆ ਕਿ ਕਿੰਨੀ ਗਿਣਤੀ ਆ ਤੁਹਾਡੀ।
ਗਿਣਤੀ ਮੈਟਰ ਕਰਦੀ ਹੈ। ਕਿੰਨੇ ਲੋਕ ਇੱਕ ਮੁੱਦੇ ਨੂੰ ਲੈ ਕੇ, ਇੱਕ ਸਿਆਸਤ ਨੂੰ ਲੈ ਕੇ ਕਿੰਨੇ ਲੋਕ ਸੜਕ ਤੇ ਨੇ, ਕਿੰਨੇ ਲੋਕ ਜਥੇਬੰਦ ਨੇ। ਜਥੇਬੰਦ ਹੋ ਕੇ ਉਹਦਾ ਹੱਲ ਆ। ਵੋਟ ਤੰਤਰ ਤਾਂ ਹੱਲ ਹੈ ਹੀ ਨਹੀਂ। ਇਹ ਵੋਟ ਤੰਤਰ ਦੀ ਜਿਹੜੀ ਸਿਆਸਤ ਆ, ਇਹ ਭਾਰਤੀ ਹਕੂਮਤ ਦੀ ਹੀ ਸਿਆਸਤ ਹੈ। ਬੜੇ ਬੜੇ ਪੂੰਜੀਪਤੀਆਂ ਦੀ ਸਿਆਸਤ ਆ। ਇਹ ਬੜੇ ਬੜੇ ਲੈਂਡਲੌਰਡ, ਕੈਪਟਨ ਵਰਗੇ, ਬਾਦਲਾਂ ਵਰਗੇ, ਇਹਨਾਂ ਦੀ ਸਿਆਸਤ ਆ, ਜਿਹੜੇ ਸਾਨੂੰ ਸਮੇਂ-ਸਮੇਂ ਤੇ ਵਰਤਦੇ ਆ ਰਹੇ। ਜੀ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ, ਤੁਸੀਂ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ, ਧੰਨਵਾਦ। ਸ਼ੁਕਰੀਆ ਬਈ। ਤੁਸੀਂ ਕਿਵੇਂ ਦੇਖਦੇ ਹੋ ਆਪਰੇਸ਼ਨ ਬਲੂ ਸਟਾਰ ਨੂੰ, ਤੇ ਕੀ ਪਤਾ ਹੈ ਤੁਹਾਨੂੰ ਆਪਰੇਸ਼ਨ ਬਲੂ ਸਟਾਰ ਬਾਰੇ? ਆਪਣੇ ਵਿਚਾਰ ਸਾਂਝੇ ਕਰੋ। ਜਦੋਂ ਅਸੀਂ ਆਪਰੇਸ਼ਨ ਬਲੂ ਸਟਾਰ ਦੀ ਅੱਜ ਗੱਲ ਕਰਦੇ ਹਾਂ ਤਾਂ ਆਪਰੇਸ਼ਨ ਜਿਹੜਾ ਬਲੂ ਸਟਾਰ ਹੈ, ਸਾਡੇ ਪੰਜਾਬ ਦੇ ਵਿੱਚ ਜਿਹੜਾ ਇੱਕ ਕਾਲਾ ਜਿਹੜਾ ਦੌਰ ਜਿਹੜਾ ਵਾਪਰਿਆ, ਸਾਡੇ ਪੂਰੇ ਪੰਜਾਬ ਦੀ ਜਿਹੜੀ ਜਵਾਨੀ ਨੇ ਹੰਡਾਇਆ, ਸਾਡੇ ਪੂਰੇ ਪੰਜਾਬ ਦੇ ਲੋਕਾਂ ਨੇ ਹੰਡਾਇਆ। ਤੇ ਇਹ ਜਿਹੜਾ ਕਾਲਾ ਦੌਰ ਜਿਹੜਾ ਸੀਗਾ, ਸਾਡੇ ਉੱਤੇ ਜਿਹੜੀ ਸਟੇਟ ਨੇ ਜਿਹੜੀ ਬਰਬਰਤਾ ਦੇ ਨਾਲ ਜਿਹੜੇ ਸਾਡੇ ਉੱਤੇ ਅਟੈਕ ਕੀਤਾ, ਉਹ ਸਾਡੇ ਸਾਹਮਣੇ ਸੀਗਾ। ਤਾਂ ਜਦੋਂ ਅਸੀਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਸਿਰਫ ਆਮ ਲੋਕ ਹੀ ਨਹੀਂ, ਉਸ ਤੋਂ ਇਲਾਵਾ ਉਸ ਤੋਂ ਜ਼ਿਆਦਾ ਜਿਹੜੇ ਵਧੇਰੇ ਜਿਹੜੇ ਲੋਕ ਉਸ ਦੇ ਵਿੱਚ ਜਿਹੜੇ ਮਾਰੇ ਗਏ ਸੀਗੇ, ਉਹ ਸਾਡੇ ਸਾਹਮਣੇ ਹੈ। ਤਾਂ ਅਸੀਂ ਸਮਝਦੇ ਹਾਂ ਜਦੋਂ ਵੀ ਇੱਥੇ ਮਤਲਬ ਕਿ ਜਿਹੜੀਆਂ ਕੋਈ ਵੀ ਰਾਜਨੀਤਿਕ ਪਾਰਟੀਆਂ ਆਉਂਦੀਆਂ, ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ, ਚਾਹੇ ਉਹ ਕਿਸੇ ਵੀ ਵਿਚਾਰਧਾਰਾ ਨੂੰ ਮੰਨਣ ਵਾਲੀ ਜਿਹੜੀ ਪਾਰਟੀ ਹੋਵੇ, ਉਹ ਆਪਰੇਸ਼ਨ ਬਲੂ ਸਟਾਰ ਦੇ ਆਧਾਰ ਦੇ ਉੱਤੇ ਆਪਦੀ ਰੋਟੀ ਸੇਕਦੀ ਆਈ ਹੈ ਤੇ ਆਪਦੀਆਂ ਵੋਟਾਂ ਸੇਕਦੀ ਆਈ ਹੈ। ਤਾਂ ਅਸੀਂ ਇਹ ਸਮਝਦੇ ਹਾਂ ਜਦੋਂ ਪੰਜਾਬ ਦੇ ਵਿੱਚ ਖਾਲਿਸਤਾਨੀ ਮੂਵਮੈਂਟ ਚੱਲੀ ਤਾਂ ਇਹ ਹੋ ਸਕਦਾ ਮਤਲਬ ਕਿ ਕਈ ਜਿਹੜੇ ਲੋਕ ਨੇ ਮੇਰੇ ਤੋਂ ਸਹਿਮਤ ਨਾ ਹੋਣ। ਜਦੋਂ ਅਸੀਂ ਖਾਲਿਸਤਾਨੀ ਮੂਵਮੈਂਟ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਅੱਜ ਜਿਹੜਾ ਖਾਲਿਸਤਾਨੀ ਦਾ ਜਿਹੜਾ ਮੁੱਦਾ ਹੈ ਉਹ ਸਾਡੇ ਸਾਹਮਣੇ ਇਹ ਮਹੱਤਵਪੂਰਨ ਜਿਹੜਾ ਵਿਸ਼ਾ ਹੈ। ਸਾਡੇ ਸਾਹਮਣੇ ਇੱਥੇ ਰੋਜ਼ਗਾਰ ਦਾ ਇਸ਼ੂ ਹੈ, ਸਾਡੇ ਸਾਹਮਣੇ ਇੱਥੇ ਸਿਹਤ ਦਾ ਇਸ਼ੂ ਹੈ, ਸਾਡੇ ਸਾਹਮਣੇ ਮਤਲਬ ਕਿ ਜਿਹੜੀਆਂ ਸਾਡੀਆਂ ਜ਼ਰੂਰੀ ਲੋੜਾਂ ਨੇ, ਜਿਹਨੂੰ ਅਸੀਂ ਰੋਟੀ ਕੱਪੜਾ ਮਕਾਨ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ, ਉਹ ਸਾਡੇ ਸਾਹਮਣੇ ਉਹ ਲੋੜਾਂ ਵੀ ਨੇ, ਤਾਂ ਉਹ ਸਾਡੇ ਸਾਹਮਣੇ ਮਸਲਾ ਵੀ ਹੈ। ਤਾਂ ਮੈਨੂੰ ਲੱਗਦਾ ਹੈ ਜਦੋਂ ਅਸੀਂ ਖਾਲਿਸਤਾਨੀ ਦੀ ਗੱਲ ਕਰਦੇ ਹਾਂ ਤਾਂ ਖਾਲਿਸਤਾਨੀਆਂ ਨੂੰ ਇਹ ਵੀ ਪੁੱਛਿਆ ਜਾਣਾ ਚਾਹੀਦਾ, ਜਦੋਂ ਤੁਸੀਂ ਮੰਨ ਲਓ ਪੂਰੇ ਭਾਰਤ ਦੇ ਵਿੱਚੋਂ ਅਗਰ ਤੁਸੀਂ ਪੰਜਾਬ ਨੂੰ ਖਾਲਿਸਤਾਨ ਬਣਾ ਵੀ ਦੋਗੇ, ਕਿ ਇੱਥੇ ਲੋਕਾਂ ਵਾਸਤੇ ਐਜੂਕੇਸ਼ਨ ਹੋਏਗੀ, ਕਿ ਇੱਥੇ ਲੋਕਾਂ ਵਾਸਤੇ ਜਿਹੜਾ ਰੋਜ਼ਗਾਰ ਹੋਏਗਾ, ਕਿ ਇੱਥੇ ਮਤਲਬ ਕਿ ਲੋਕਾਂ ਵਾਸਤੇ ਜਿਹੜੀ ਰੋਜੀ ਰੋਟੀ ਦੀ ਜਿਹੜੀ ਵਿਵਸਥਾ ਉਹ ਕੀਤੀ ਜਾਏਗੀ ਕਿ ਨਹੀਂ ਕੀਤੀ ਜਾਏਗੀ। ਇਹ ਸਾਡੇ ਸਾਹਮਣੇ ਜਿਹੜਾ ਸਵਾਲ ਹੈ ਉਹ ਆਟੋਮੈਟਿਕਲੀ ਜਿਹੜਾ ਹੈ ਉਤਪੰਨ ਹੋ ਕੇ ਸਾਡੇ ਸਾਹਮਣੇ ਆਉਂਦਾ ਹੈ। ਸਿੱਖਾਂ ਦੀ ਗੱਲ ਕਰੀਏ ਤਾਂ ਸਿੱਖ ਅਕਸਰ ਹੀ ਸਿੱਖ ਕੌਮ ਕਹਿੰਦੀ ਹੈ ਕਿ ਕਦੀ ਸਿੱਖਾਂ ਨੇ ਮੰਗ ਨਹੀਂ ਕੀਤੀ ਖਾਲਿਸਤਾਨ ਦੀ। ਭਾਵੇਂ 1984 ਦੀ ਗੱਲ ਕਰੀਏ, ਸੰਜੇ ਨਾਥ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਗੱਲ ਕਰੀਏ, ਉਹਨਾਂ ਦੇ ਭਾਸ਼ਣ ਦੇ ਵਿੱਚ ਵੀ ਬੋਲਿਆ ਗਿਆ ਹੈ, ਜਾਂ ਮੈਂ ਸੁਣਿਆ ਜਾਂ ਹਰ ਕਿਸੇ ਨੇ ਸੁਣਿਆ ਕਿਉਂਕਿ ਇੰਟਰਨੈਟ ਤੇ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਕਿਹਾ ਜਾਂਦਾ ਹੈ ਕਿ ਸੰਜੇ ਨਾਥ ਸਿੰਘ ਖਾਲਸਾ ਭਿੰਡਰਾਂਵਾਲੇ ਵੱਲੋਂ ਕਿ ਕਦੀ ਖਾਲਿਸਤਾਨ ਦੀ ਮੰਗ ਹੀ ਨਹੀਂ ਕੀਤੀ ਉਹਨਾਂ ਨੇ। ਨਹੀਂ, ਇਹ ਹੋ ਸਕਦਾ ਹੈ ਮਤਲਬ ਕਿ ਚਲੋ ਖਾਲਿਸਤਾਨ ਦੀ ਉਹਨਾਂ ਨੇ ਮੰਗ ਨਹੀਂ ਕੀਤੀ, ਜੇ ਸਰਕਾਰ ਦਿੰਦੀ ਹੈ ਤੇ ਕਹਿੰਦੇ ਫਿਰ ਅਸੀਂ ਲੈਣ ਤੋਂ ਮਨਾ ਵੀ ਨਹੀਂ ਕਰਦੇ। ਹਾਂ ਇਹ ਉਹੀਓ ਕਹਿ ਰਹੇ ਹਾਂ। ਫਿਰ ਜਦੋਂ ਆਪਾਂ ਖਾਲਿਸਤਾਨ ਦੀ ਉਹੀ ਤਾਂ ਕਹਿ ਰਹੇ ਹਾਂ ਮੈਂ, ਅਗਰ ਆਪਾਂ ਗੱਲ ਕਰਾਂਗੇ ਖਾਲਿਸਤਾਨ ਦੀ, ਫਿਰ ਤਾਂ ਤੁਸੀਂ ਦੇਖੋ ਆਪਣੇ ਭਾਰਤ ਦੇ ਕਿੰਨੇ ਜਿਹੜੇ ਆਪਾਂ ਅੱਜ 28 ਸਟੇਟਾਂ ਦੇ ਵਿੱਚ ਰਹਿ ਰਹੇ ਹਾਂ, ਤਾਂ ਫਿਰ ਐਸ ਦੇ ਆਧਾਰ ਦੇ ਉੱਤੇ ਪੂਰੇ ਭਾਰਤ ਦੇ ਜਿਹੜੇ ਛੋਟੇ ਛੋਟੇ ਜਿਹੜੇ ਟੁਕੜੇ ਨੇ ਉਹ ਕਿੰਨੇ ਹੋ ਜਾਣਗੇ। ਤਾਂ ਅੱਜ ਜਿਹੜਾ ਮਸਲਾ ਜਿਹੜਾ ਬਣਿਆ ਹੋਇਆ ਹੈ ਤਾਂ ਉਹ ਅੱਜ ਇਹ ਬਣਿਆ ਹੋਇਆ, ਚਾਹੇ ਉਹ ਕੋਈ ਵੀ ਸਿਆਸੀ ਪਾਰਟੀਆਂ ਹੋਣ, ਚਾਹੇ ਉਹ ਕੋਈ ਵੀ ਵਿਚਾਰਧਾਰਾ ਨੂੰ ਮੰਨਣ ਵਾਲੇ ਜਿਹੜੇ ਲੋਕ ਹੋਣ, ਜਿਹੜੇ ਤਾਂ ਉਹ ਅੱਜ ਇਹ ਆਪਣੇ ਸਾਹਮਣੇ ਜਿਹੜਾ ਜਵਾਨੀ ਸਾਹਮਣੇ ਜਿਹੜਾ ਉਹ ਇਸ਼ੂ ਹੈ, ਉਹ ਖਾਲਿਸਤਾਨ ਦੇ ਜਿਹੜੇ ਇਸ਼ੂ ਨੂੰ ਬਣਾ ਕੇ ਜੋ ਸਾਡੇ ਸਾਹਮਣੇ ਉਹ ਪੇਸ਼ ਕਰ ਰਹੇ ਆ। ਅੱਜ ਤੁਸੀਂ ਦੇਖੋ ਜਦੋਂ ਪੂਰੀ ਮੂਵਮੈਂਟ ਅੱਜ ਸਾਡੇ ਦੇਸ਼ ਦੇ ਵਿੱਚ ਇੱਕ ਬਹੁਤ ਤਗੜੀ ਮੂਵਮੈਂਟ ਚੱਲ ਰਹੀ ਹੈ, ਜਿਹਨੂੰ ਅਸੀਂ ਕਿਸਾਨੀ ਮੂਵਮੈਂਟ ਕਹਿ ਦਿੰਦੇ ਹਾਂ। ਜਿਹੜੀ ਕਿਸਾਨੀ ਜਿਹੜੀ ਮੂਵਮੈਂਟ ਹੈ, ਕਿਸਾਨੀ ਮੂਵਮੈਂਟ ਨੂੰ ਢਾਹ ਸਭ ਤੋਂ ਪਹਿਲਾਂ ਕਿੰਨੇ ਲਾਇਆ? ਹੁਣ ਜਦੋਂ ਤੁਸੀਂ ਦੇਖੋ 26 ਜਨਵਰੀ ਨੂੰ ਜਿਹੜਾ ਉੱਥੇ ਹਾਦਸਾ ਜਿਹੜਾ ਵਾਪਰਿਆ, ਜਦੋਂ ਇੱਕ ਮੂਵਮੈਂਟ ਐਨੀ ਪੀਕ ਦੇ ਉੱਤੇ ਚੱਲ ਰਹੀ ਹੈ, ਉਸ ਤੋਂ ਬਾਅਦ ਉੱਥੇ ਜਿਹੜਾ ਕਾਰਵਾ ਕੀਤਾ ਗਿਆ, ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀਗੀ ਵੀ ਤੁਸੀਂ ਰਿੰਗ ਰੋਡ ਤੇ ਨਹੀਂ ਜਾਣਾ। ਰਿੰਗ ਰੋਡ ਦਾ ਜਿਹੜਾ ਪ੍ਰੋਗਰਾਮ ਜਿਹੜਾ ਸੀਗਾ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਨਹੀਂ ਸੀਗਾ, ਪਰ ਫਿਰ ਵੀ ਜਿਹੜਾ 26 ਵਾਲਾ ਜਿਹੜਾ ਹਾਦਸਾ ਜਿਹੜਾ ਵਾਪਰਿਆ ਜਿਹੜਾ ਸੀਗਾ, ਉਹ ਲੋਕਾਂ ਨੇ ਦੇਖਿਆ, ਉਹ ਦ੍ਰਿਸ਼ ਦੇਖਿਆ। ਉਸ ਤੋਂ ਬਾਅਦ ਪੂਰੇ 21 ਦਿਨ ਹੋ ਗਏ ਸੀਗੇ ਜਿਹੜੀ ਮੂਵਮੈਂਟ ਨੂੰ ਦੁਬਾਰਾ ਮਤਲਬ ਕਿ ਰੀਕੰਟੀਨਿਊ ਕਰਨ ਵਾਸਤੇ। 21 ਦਿਨ ਹੋ ਗਏ ਸੀਗੇ ਉਸ ਮੂਵਮੈਂਟ ਨੂੰ ਦੁਬਾਰਾ ਚਲਾਉਣ ਵਾਸਤੇ। ਉਸ ਤੋਂ ਬਾਅਦ ਸਾਡੇ ਟਕੈਤ ਵਰਗੇ ਜਿਹੜੇ ਲੀਡਰ ਉਹ ਸਾਹਮਣੇ ਆਏ, ਉਹਨਾਂ ਨੇ ਲੋਕਾਂ ਸਾਹਮਣੇ ਰੋ ਕੇ ਇਹ ਬਿਆਨ ਦਿੱਤੇ ਵੀ ਹਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵਾਪਸ ਉਸ ਜਨੂਨ ਦੇ ਵਿੱਚ ਆਓ, ਜਿਹੜੇ ਜਨੂਨ ਦੇ ਵਿੱਚ ਅਸੀਂ ਉਹਨਾਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਬੈਠੇ ਜਿਹੜੇ ਸੀਗੇ। ਤਾਂ ਇਸ ਕਰਕੇ ਮੈਨੂੰ ਲੱਗਦਾ ਜਦੋਂ ਆਪਾਂ ਇਹ ਸਿੱਖ ਜਿਹੜਾ ਸੈਂਟੀਮੈਂਟ ਹੈ, ਜਿਹੜਾ ਖਾਲਿਸਤਾਨੀ ਜਿਹੜਾ ਸੈਂਟੀਮੈਂਟ ਹੈ, ਜਿਹੜਾ ਸਾਡੇ ਸਾਹਮਣੇ ਅੱਜ ਫੈਲਾਇਆ ਜਾ ਰਿਹਾ ਹੈ, ਖਾਲਿਸਤਾਨ ਜਿਹੜਾ ਖਾਲਸਾ ਜਿਹੜਾ ਹੈ, ਖਾਲਸਾ ਦਾ ਮਤਲਬ ਕਿ ਸ਼ਾਬ ਸ਼ੁੱਧ
ਪਵਿੱਤਰ ਉਹ ਹੈ ਨਾ, ਮਤਲਬ ਹੈ ਨਾ ਇਹਦਾ। ਤਾਂ ਜਦੋਂ ਅਸੀਂ ਖਾਲਸਾ ਦੀ ਗੱਲ ਕਰਦੇ ਹਾਂ, ਜਦੋਂ ਹਰੇਕ ਖਾਲਸਾ ਜਿਹੜਾ ਪਿਓਰ ਹੈ, ਜਿਹੜਾ ਸ਼ੁੱਧ ਹੈ, ਉਹ ਇਹੋ ਗੱਲ ਕਰਦਾ ਹੈ ਕਿ ਇੱਥੇ ਮਾਨਵਤਾ ਦੀ ਗੱਲ ਕਰੇਗਾ, ਉਹ ਇੱਥੇ ਬਰਾਬਰੀ ਦੀ ਗੱਲ ਕਰੇਗਾ। ਤਾਂ ਜਦੋਂ ਵੀ ਪੂਰੇ ਆਪਣੇ ਭਾਰਤ ਦੇ ਵਿੱਚ ਵੀ ਇਹ ਨੈਰੇਟਿਵ ਜਿਹੜਾ ਸ਼ੁਰੂ ਕੀਤਾ ਗਿਆ, ਹੁਣ ਤੁਸੀਂ ਵੇਖੋ ਦਿੱਲੀ ਦੇ ਵਿੱਚ ਵੀ ਇਹ ਨੈਰੇਟਿਵ ਸ਼ੁਰੂ ਕੀਤਾ ਗਿਆ, ਕਾਮਰੇਡ ਵਰਸਸ ਸਿੱਖ। ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਜਦੋਂ ਸਾਨੂੰ ਸਿੱਖੀ ਫਲਸਫੇ ਦੀ ਗੱਲ ਕਰਦੇ ਹਾਂ, ਹਾਂ ਅਸੀਂ ਉਹਨਾਂ ਨੂੰ ਵੀ ਇਹ ਕਹਿੰਦੇ ਹਾਂ ਵੀ ਤੁਹਾਨੂੰ ਜਿਹੜਾ ਕਾਮਰੇਡੀ ਜਿਹੜਾ ਫਲਸਫਾ ਉਹ ਪੜ੍ਹਨਾ ਚਾਹੀਦਾ। ਹਾਂ ਅਸੀਂ ਕਾਮਰੇਡਾਂ ਨੂੰ ਵੀ ਇਹ ਕਹਿੰਦੇ ਹਾਂ ਵੀ ਹਾਂ ਤੁਹਾਨੂੰ ਜਿਹੜਾ ਸਿੱਖੀ ਜਿਹੜਾ ਫਲਸਫਾ ਉਹ ਪੜ੍ਹਨਾ ਚਾਹੀਦਾ ਹੈ। ਜਦੋਂ ਅਸੀਂ ਦੋਨਾਂ ਦੀ ਜਿਹੜੀ ਆਈਡੀਓਲੋਜੀ ਨੂੰ, ਜਦੋਂ ਅਸੀਂ ਦੋਨਾਂ ਦੀ ਜਿਹੜੀ ਵਿਚਾਰਧਾਰਾ ਨੂੰ ਇੱਕਮਿਕ ਹੋ ਕੇ ਨਹੀਂ ਦੇਖਾਂਗੇ ਤਾਂ ਅਸੀਂ ਬਹੁਤ ਜ਼ਿਆਦਾ ਪਿਛੜ ਜਾਵਾਂਗੇ। ਤਾਂ ਇਸ ਕਰਕੇ ਦੋਨਾਂ ਦੀ ਮਤਲਬ ਕਿ ਜਿਹੜੀ ਆਈਡੀਓਲੋਜੀ ਉਹ ਬਿਲਕੁਲ ਸਟੀਕ ਆਈਡੀਓਲੋਜੀ ਹੈ। ਦੋਨੋਂ ਹੀ ਮਤਲਬ ਕਿ ਜਿਹੜੇ ਆਈਡੀਓਲੋਜੀਜ਼ ਨੇ ਉਹ ਗੱਲ ਕਰਦੀਆਂ ਬਰਾਬਰਤਾ ਦੀ, ਉਹ ਗੱਲ ਕਰਦੀਆਂ ਜਿਹੜਾ ਆਰਥਿਕ ਅੱਜ ਜਿਹੜਾ ਸਾਡਾ ਸ਼ੋਸ਼ਣ ਹੋ ਰਿਹਾ। ਤੁਸੀਂ ਵੇਖੋ ਅੱਜ ਪੂਰੇ ਭਾਰਤ ਦੀ ਜਿਹੜੀ ਦੌਲਤ ਹੈ, ਜਿਹੜੇ 1% ਲੋਕ ਉਹ ਨੇ ਜਿਹੜੇ ਅਡਾਨੀ ਨੇ ਤੇ ਜਿਹੜੇ ਅੰਬਾਨੀ ਨੇ, ਜਿਨ੍ਹਾਂ ਦਾ 82% ਪੂਰੀ ਭਾਰਤ ਦੀ ਦੌਲਤ ਦੇ ਉੱਤੇ ਕਬਜ਼ਾ ਹੋ ਚੁੱਕਿਆ ਵਾ। ਪੂਰੇ ਭਾਰਤ ਦੀ 82% ਦੌਲਤ ਉਹ ਹੈ ਜਿਸ ਦੇ ਉੱਤੇ 1% ਲੋਕਾਂ ਦਾ ਕਬਜ਼ਾ ਹੈ। ਤਾਂ ਉਹਦੇ ਵਿੱਚੋਂ ਜਿਹੜੇ 99% ਲੋਕ ਉਹ ਨੇ ਜਿਹੜੇ ਇੱਥੇ ਸੜਕਾਂ ਦੇ ਉੱਤੇ ਰੁਲ ਕੇ, ਚਾਹੇ ਉਹ ਗਰੀਬ ਹੋਣ ਚਾਹੇ ਉਹ ਆਮ ਲੋਕ ਹੋਣ, ਉਹਨਾਂ ਨੂੰ ਮਤਲਬ ਕਿ ਇੱਕ ਟਾਈਮ ਦੀ ਰੋਟੀ ਖਾਣ ਵਾਸਤੇ, ਆਪਦਾ ਢਿੱਡ ਭਰਨ ਵਾਸਤੇ ਉਹਨਾਂ ਨੂੰ ਅੰਨ ਤੱਕ ਨਹੀਂ ਮਿਲਦਾ। ਇੰਨੀ ਜ਼ਿਆਦਾ ਜਿਹੜੀ ਗੈਰ ਬਰਾਬਰੀ, ਇੰਨੀ ਜਿਹੜਾ ਆਰਥਿਕ ਜਿਹੜਾ ਪਾੜ ਹੈ ਉਹ ਸਾਡੇ ਸਾਹਮਣੇ ਵੱਧ ਰਿਹਾ ਵਾ। ਜਦੋਂ 1914 ਦੇ ਵਿੱਚ ਇੱਥੇ ਇਲੈਕਸ਼ਨਸ ਹੁੰਦੀਆਂ, 1914 ਦੇ ਵਿੱਚ ਇਲੈਕਸ਼ਨ ਦੇ ਵਿੱਚ ਜਦੋਂ ਮਨਮੋਹਨ ਸਿੰਘ ਪਾਰਟੀ ਦੀ ਜਦੋਂ ਸਰਕਾਰ ਆਈ, ਜਦੋਂ 2014 ਦਾ ਤੁਸੀਂ ਡਾਟਾ ਚੱਕ ਕੇ ਵੇਖੋ, ਉਦੋਂ 2014 ਦਾ ਜਿਹੜਾ ਡਾਟਾ ਇਹ ਬੋਲਦਾ ਸੀਗਾ ਕਿ ਜਿਹੜੀ ਆਪਣੀ ਜਿਹੜੀ 52% ਜਿਹੜੀ ਆਪਣੇ ਪੂਰੇ ਭਾਰਤ ਦੀ ਜਿਹੜੀ ਦੌਲਤ ਹੈ ਉਹਦੇ ਉੱਤੇ 1% ਲੋਕਾਂ ਦਾ ਕਬਜ਼ਾ ਸੀਗਾ। ਜਦੋਂ ਮਤਲਬ ਕਿ ਸਿਸਟਮ ਨੂੰ ਇਹ ਲੱਗਿਆ, ਸਿਸਟਮ ਕਿਹਨਾਂ ਦਾ ਹੈ? ਸਿਸਟਮ ਅਡਾਨੀਆਂ ਤੇ ਅੰਬਾਨੀਆਂ ਦਾ ਹੈ, ਜਿਹੜਾ ਮਤਲਬ ਕਿ ਪੂਰੇ ਜਿਹੜਾ ਸਰਕਲ ਨੂੰ ਚਲਾ ਰਿਹਾ ਵਾ। ਤੇ ਉਹ ਸਰਕਲ ਨੂੰ ਚਲਾ ਰਿਹਾ ਵਾ, ਉਸ ਸਰਕਲ ਨੂੰ ਤੇਜ਼ ਕਰਨ ਵਾਸਤੇ ਉਹਨਾਂ ਨੇ ਆਪਣੇ ਸਾਹਮਣੇ ਮੋਦੀ ਵਰਗਾ ਬੰਦਾ ਲਿਆ ਕੇ ਖੜਾ ਕਰਤਾ। ਹੁਣ ਮੋਦੀ ਵਰਗਾ ਬੰਦਾ ਉਹ ਬੰਦਾ ਹੈ ਜਿਹੜਾ ਧਰਮ ਦੇ ਆਧਾਰ ਤੇ ਪੂਰੇ ਭਾਰਤ ਨੂੰ ਵੰਡ ਕੇ ਜਿਹੜੀ ਪੋਲਿਟਿਕਸ ਖੇਡ ਰਿਹਾ ਵਾ। ਚਾਹੇ ਉਹ ਤੁਸੀਂ ਕੀ ਕਹਿੰਦੇ 300 ਮਤਲਬ ਜਿਹੜਾ ਹੈ 70 ਦਾ ਆਰਟੀਕਲ ਦੀ ਗੱਲ ਕਰ ਲਓ, ਚਾਹੇ ਤੁਸੀਂ ਜਿਹੜਾ ਮੁਸਲਮਾਨਾਂ ਤੇ ਜਿਹੜਾ ਤਸੱਦਦ ਹੋਇਆ, ਚਾਹੇ NRC ਦਾ CA ਦਾ ਮੁੱਦਾ ਸੀਗਾ ਉਹਦੀ ਤੁਸੀਂ ਗੱਲ ਕਰ ਲਓ, ਤਾਂ ਚਾਹੇ ਤੁਸੀਂ ਰਾਮ ਮੰਦਿਰ ਦੀ ਗੱਲ ਕਰ ਲਓ, ਉਹ ਉਹਨਾਂ ਦੇ ਆਧਾਰ ਤੇ ਉਹ ਜਿੱਤਦਾ ਜਾ ਰਿਹਾ। ਉਹ ਜਿੱਤਣ ਦਾ ਮੇਨ ਰੀਜ਼ਨ ਇਹ ਵੀ ਹੈ ਕਿਉਂਕਿ ਇੱਥੇ ਭਾਰਤ ਦੇ ਵਿੱਚ 80% ਜਿਹੜੀ ਆਬਾਦੀ ਉਹ ਹਿੰਦੂ ਮੈਜੋਰਟੀ ਹੈ। ਜਦੋਂ ਹਿੰਦੂ ਮੈਜੋਰਟੀ 80% ਉਹਨਾਂ ਦੇ ਨਾਲ ਹੈ, ਤੁਸੀਂ ਮਾਈਨੋਰਿਟੀ ਦੇ ਨਾਲ ਖੜਾ ਹੋ ਕੇ ਤੁਸੀਂ ਲੱਖਾਂ ਦਾ ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਸਕਦੇ ਹੋ, ਕਰੋੜਾਂ ਬੰਦੇ ਲਿਜਾ ਕੇ ਤੁਸੀਂ ਦਿੱਲੀ ਦੇ ਧਰਨੇ ਦੇ ਵਿੱਚ ਬਹਿ ਸਕਦੇ ਹੋ, ਪਰ ਜਿਹੜਾ ਹੋਲਿਸਟਿਕਲੀ ਜਿਹੜਾ ਚੇਂਜ ਆਉਣਾ ਹੈ ਮਤਲਬ ਕਿ ਉਹ ਇੱਥੇ ਚੇਂਜ ਨਹੀਂ ਆ ਸਕਦਾ। ਉਸ ਵਾਸਤੇ ਸਾਡੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਮੈਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਕੰਮ ਕਰਦਾ ਤਾਂ ਮੈਂ ਸਟੇਟ ਦਾ ਜੁਆਇੰਟ ਸੈਕਟਰੀ ਹਾਂ। ਤਾਂ ਅੱਜ ਅਸੀਂ 2014 ਦੇ ਵਿੱਚ ਇਹ ਮੁੱਦਾ, ਇਹ ਪ੍ਰੋਗਰਾਮ ਛੇੜਿਆ ਵਾ ਕਿ ਪੂਰੇ ਭਾਰਤ ਦੇ ਵਿੱਚ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਦੇ ਨਾਂ ਦੇ ਉੱਤੇ ਭਗਤ ਸਿੰਘ ਨੈਸ਼ਨਲ ਇੰਪਲੋਇਮੈਂਟ ਗਰੰਟੀ ਐਕਟ, ਜਿਹਨੂੰ ਅਸੀਂ ਬਨੇਗਾ ਕਹਿ ਦਿੰਦੇ ਆ, ਉਹ ਪਾਸ ਹੋਣਾ ਚਾਹੀਦਾ। ਇਹ ਉਹ ਐਕਟ ਹੈ ਜਿਹੜੇ ਸਾਡੀ ਜਵਾਨੀ ਤੇ ਜਿਹੜਾ ਸਾਡੇ ਸਿਸਟਮ ਨੂੰ ਬਚਾ ਸਕਦਾ ਵਾ। ਤਾਂ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਸਾਡੇ ਦੇਸ਼ ਦੇ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਕੋਈ ਵੀ ਪੋਲੀਟੀਕਲ ਪਾਰਟੀਆਂ ਆਉਂਦੀਆਂ ਕਿ ਜਿਹੜਾ ਸਾਡਾ ਚੋਣ ਜਿਹੜਾ ਮੈਨੀਫੈਸਟੋ, ਇੱਕ ਤਾਂ ਉਹ ਲੀਗਲਾਈਜ਼ ਨਹੀਂ ਹੁੰਦਾ, ਜਦੋਂ ਤੱਕ ਸਾਡਾ ਚੋਣ ਮੈਨੀਫੈਸਟੋ ਲੀਗਲਾਈਜ਼ ਨਹੀਂ ਹੁੰਦਾ ਤਾਂ ਉਸ ਤੋਂ ਇਲਾਵਾ ਜਿਹੜੇ ਉਹ ਸਾਨੂੰ ਦਾਲ ਰੋਟੀ ਤੇ ਸਕੀਮਾਂ ਤੱਕ ਮਤਲਬ ਹਰ ਘਰ ਨੂੰ ਅਸੀਂ ਨੌਕਰੀ ਦੇਵਾਂਗੇ, ਹਨਾ, ਉਹ ਜਿਹੜੇ ਸਾਡੇ ਸਾਹਮਣੇ ਜਿਹੜੇ ਪ੍ਰੋਗਰਾਮ ਨੇ ਉਹ ਉੱਭਰ ਕੇ ਸਾਹਮਣੇ ਆਉਂਦੇ ਆ। ਤਾਂ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਕੋਈ ਬੰਦਾ, ਚਾਹੇ ਉਹ MLA ਹੈ ਚਾਹੇ ਉਹ MP ਹੈ, ਉਹ ਜਦੋਂ ਜਿੱਤ ਕੇ ਆਪਦੀ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਦਾ ਹੈ ਤਾਂ ਉਹ ਕਾਨੂੰਨੀ ਸਭਾ ਦਾ ਮੈਂਬਰ ਬਣ ਜਾਂਦਾ ਹੈ। ਤਾਂ ਜਿੱਥੇ ਕਾਨੂੰਨ ਪਾਸ ਕੀਤੇ ਜਾਂਦੇ ਨੇ, ਜਦੋਂ ਸਾਡੇ ਦੇਸ਼ ਦੇ ਵਿੱਚ ਰੋਜ਼ਗਾਰ ਦੀ ਗੱਲ ਕਰਦਾ ਹੋਇਆ ਜਦੋਂ ਇੱਥੇ ਐਕਟ ਬਣੇਗਾ ਤਾਂ ਮੈਨੂੰ ਨਹੀਂ ਲੱਗਦਾ ਜਿਹੜੀ ਕੋਈ ਜਵਾਨੀ ਹੈ, ਚਾਹੇ ਉਹ ਅਨਪੜ੍ਹ ਹੈ ਚਾਹੇ ਉਹ ਪੜ੍ਹਿਆ ਲਿਖਿਆ ਹੈ, ਉਹ ਇੱਥੇ ਭੁੱਖਾ ਮਰ ਸਕਦਾ। ਤਾਂ ਉਹ ਇਹੋ ਪ੍ਰੋਗਰਾਮ ਹੈ ਜਿਹੜਾ ਸਾਡੇ ਸਿਸਟਮ ਨੂੰ ਬਚਾ ਸਕਦਾ ਹੈ, ਜਿਹੜੇ ਸਾਡੇ ਦੇਸ਼ ਨੂੰ ਬਚਾ ਸਕਦਾ। ਅਸੀਂ ਇਸ ਦੀ ਗੱਲ ਕਰਕੇ ਮਤਲਬ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਮੂਵਮੈਂਟ ਹੈ ਉਹ ਛੇੜ ਕੇ ਅਸੀਂ ਕਾਫੀ ਲੰਬੇ ਸਮੇਂ ਤੋਂ ਮਤਲਬ ਕਿ ਅਸੀਂ ਲੌਂਗ ਮਾਰਚ ਵੀ ਉੱਥੇ ਕੱਢਿਆ, ਪਾਰਲੀਮੈਂਟ ਦੇ ਵਿੱਚ ਵੀ ਅਸੀਂ ਹੁਣ ਵੀ ਮਤਲਬ ਕਿ ਅਸੀਂ ਪੂਰੇ ਪੰਜਾਬ ਤੋਂ ਸ਼ੁਰੂ ਕਰਕੇ ਸ਼ਹੀਦਾਂ ਦੀ ਧਰਤੀ ਤੋਂ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਕਿ ਹਾਂ ਸਾਡੇ ਦੇਸ਼ ਦੇ ਜਿਹੜੇ ਨੌਜਵਾਨ ਨੇ ਉਹ ਬਨੇਗਾ ਦੇ ਆਧਾਰ ਦੇ ਉੱਤੇ ਅਸੀਂ ਰੁਜ਼ਗਾਰ ਦੀ ਗੱਲ ਕਰਦੇ ਆ। ਤਾਂ ਇਸ ਕਰਕੇ ਸਾਡੀ ਮੁੱਢਲੀ ਜਿਹੜੀ ਡਿਮਾਂਡ ਹੈ ਉਹ ਖਾਲਿਸਤਾਨੀ ਡਿਮਾਂਡ ਨਹੀਂ। ਤੁਸੀਂ ਕਿਸੇ ਵੀ ਪੜ੍ਹੇ ਲਿਖੇ ਸ਼ਖਸ ਨੂੰ ਇਹ ਪੁੱਛ ਕੇ ਵੇਖੋ, ਉਹ ਹਰ ਬੰਦਾ ਹੀ ਉਹ ਕਹੂਗਾ ਕਿ
ਸਾਡੀ ਜਿਹੜੀ ਮੁੱਢਲੀ ਜਿਹੜੀ ਡਿਮਾਂਡ ਹੈ ਉਹ ਖਾਲਿਸਤਾਨੀ ਨਹੀਂ। ਸਾਡੇ ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਹੈ, ਸਾਡੇ ਦੇਸ਼ ਦੇ ਲੋਕਾਂ ਨੂੰ ਰੋਟੀ ਚਾਹੀਦੀ ਹੈ, ਸਾਡੇ ਦੇਸ਼ ਦੇ ਲੋਕਾਂ ਨੂੰ ਫ੍ਰੀ ਐਂਡ ਜਿਹੜੀ ਹੈਲਥ ਦੀ ਜਿਹੜੀਆਂ ਫੈਸਿਲਿਟੀ ਜਿਹੜੀਆਂ ਮਿਲਣੀਆਂ ਚਾਹੀਦੀਆਂ, ਉਹਨਾਂ ਦੇ ਆਧਾਰ ਤੇ ਜਿਹੜੇ ਲੋਕ ਨੇ ਉਹ ਇਕੱਠੇ ਹੋ ਰਹੇ ਹੈ। ਹੁਣ ਦੇਖੋ ਕੈਪਟਨ ਸਰਕਾਰ ਨੇ ਮਲੇਰਕੋਟਲਾ ਨੂੰ ਮਤਲਬ ਕਿ ਜਿਹੜਾ 23ਵਾਂ ਜਿਹੜਾ ਜ਼ਿਲ੍ਹਾ ਉਹ ਬਣਾਤਾ। ਕੈਪਟਨ ਸਰਕਾਰ ਨੂੰ ਇਹ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਿਹੜਾ ਉਹਨਾਂ ਨੇ 23ਵਾਂ ਜਿਹੜਾ ਜ਼ਿਲ੍ਹਾ ਜਿਹੜਾ ਬਣਾਇਆ ਕਿ ਉੱਥੋਂ ਜ਼ਿਲ੍ਹਾ ਬਣਾਉਣ ਦੀ ਬਜਾਏ ਕਿ ਉੱਥੋਂ ਦੇ ਜਿਹੜੇ ਮੁਸਲਿਮ ਜਿਹੜੇ ਭਾਈਚਾਰੇ ਦੇ ਲੋਕ ਨੇ ਕਿ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਨਹੀਂ ਦਿੱਤੀ ਜਾ ਸਕਦੀ, ਕਿ ਉਹਨਾਂ ਨੂੰ ਮਤਲਬ ਕਿ ਉੱਥੇ ਫ੍ਰੀ ਹਸਪੀਟਲ ਨਹੀਂ ਖੋਲ੍ਹੇ ਜਾ ਸਕਦੇ, ਕਿ ਉੱਥੇ ਮਤਲਬ ਕਿ ਸਿਹਤ ਸਹੂਲਤਾਂ ਨਹੀਂ ਫ੍ਰੀ ਦਿੱਤੀਆਂ ਜਾ ਸਕਦੀਆਂ। ਪਰ ਜਦੋਂ ਵੀ ਹਕੂਮਤ, ਚਾਹੇ ਉਹ ਕਿਸੇ ਵੀ ਪਾਰਟੀ ਦੀ ਹਕੂਮਤ ਹੋਵੇ, ਉਹ ਚਾਹੇ ਉਹ ਮਾਈਨੋਰਟੀਜ਼ ਹੋਣ, ਚਾਹੇ ਉਹ ਮਤਲਬ ਕਿਸੇ ਵੀ ਖਿੱਤੇ ਨਾਲ ਸੰਬੰਧਿਤ ਲੋਕ ਹੋਣ, ਉਹਨਾਂ ਨੂੰ ਇਹਨਾਂ ਜਾਲਾਂ ਦੇ ਵਿੱਚ ਫਸਾਉਂਦੀਆਂ ਹੋਈਆਂ ਤੇ ਉਹ ਫਸਾ ਰਹੀਆਂ ਤੇ ਆਪਦੀਆਂ ਵੋਟਾਂ ਬਟੋਰਨ ਵਾਸਤੇ ਉਹ ਅਗਾਂਹ ਵਧਦੀਆਂ ਜਾ ਰਹੀਆਂ। ਤੇ ਇਸ ਕਰਕੇ ਉਹਨਾਂ ਨੂੰ ਇੱਕੋ ਚੀਜ਼ ਹੀ ਪਛਾੜ ਸਕਦੀ ਹੈ, ਉਹ ਹੈ ਸਾਡਾ ਬਨੇਗਾ ਐਕਟ, ਭਗਤ ਸਿੰਘ ਨੈਸ਼ਨਲ ਇੰਪਲੋਇਮੈਂਟ ਗਰੰਟੀ ਐਕਟ। ਇਸ ਐਕਟ ਦੇ ਆਧਾਰ ਤੇ ਸਾਡੀ ਜਵਾਨੀ ਨੂੰ, ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਲੜਨਾ ਚਾਹੀਦਾ ਹੈ। ਮੈਂ ਤਾਂ ਇਹੋ ਹੋਕਾ ਦਊਂਗਾ ਇਸ ਯੂਨੀਵਰਸਿਟੀ ਦੇ ਵਿੱਚ ਖੜਾ ਹੋ ਕੇ। ਜੂਨ ਦਾ ਮਹੀਨਾ ਤੇ ਜੂਨ ਦੇ ਮਹੀਨੇ ਦੇ ਪਹਿਲੇ ਹਫਤੇ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ। ਗੱਲਬਾਤ ਕਰਦੇ ਹਾਂ। ਕੀ ਨਾਮ ਜੀ ਤੁਹਾਡਾ? ਕੁਲਦੀਪ ਸਿੰਘ ਜੀ। ਤੁਹਾਡਾ ਜੀ? ਸੁਖਦੇਵ ਸੀ। ਆਪਰੇਸ਼ਨ ਬਲੂ ਸਟਾਰ ਜੂਨ ਦੇ ਪਹਿਲੇ ਮਹੀਨੇ ਹੁੰਦਾ ਹੈ। ਭਾਰਤੀ ਫੌਜ ਵੱਲੋਂ ਹਮਲਾ ਕੀਤਾ ਜਾਂਦਾ ਹੈ, ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਢਾਹ ਢੇਰੀ ਕਰ ਦਿੱਤਾ ਜਾਂਦਾ ਹੈ। ਕੀ ਆਪਰੇਸ਼ਨ ਬਲੂ ਸਟਾਰ, ਕਿੰਨਾ ਕੁ ਪਤਾ ਤੁਹਾਨੂੰ, ਦੱਸਿਓ ਜਰਾ। ਦੇਖੋ ਜੀ, ਜਿਹੜਾ ਆਪਰੇਸ਼ਨ ਬਲੂ ਸਟਾਰ ਜੂਨ ਦੇ ਮਹੀਨੇ ਵਿੱਚ ਹੋਇਆ, ਉਹਦੀ ਅਸੀਂ ਉਸ ਦੌਰ ਤੋਂ ਲੈ ਕੇ ਅੱਜ ਤੱਕ ਦੇ ਦੌਰ ਤੱਕ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਉਹ ਸਰਕਾਰ ਨੇ ਇੱਕ ਘੱਟ ਗਿਣਤੀ ਦੇ ਲੋਕਾਂ ਉੱਪਰ ਵੱਧ ਗਿਣਤੀ ਦੇ ਲੋਕਾਂ ਨੇ ਚੜ੍ਹ ਕੇ ਉਹਦੇ ਉੱਪਰ ਅਟੈਕ ਕੀਤਾ, ਜਿਹਦੇ ਵਿੱਚ ਛੋਟੇ ਛੋਟੇ ਨਿਹੱਥੇ ਬੱਚੇ, ਔਰਤਾਂ, ਬਜ਼ੁਰਗ ਆਪਣੇ ਹੱਕਾਂ ਲਈ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਬੈਠੇ ਸੀ। ਪਰ ਇੱਕ ਵੱਧ ਗਿਣਤੀ ਦੇ ਵਿੱਚ ਉਹ ਨਾ ਦੇਖਦੇ ਹੋ, ਜਦ ਕਿ ਫੌਜ ਅਟੈਕ ਕਰਦੀ ਹੈ ਤਾਂ ਉਹਦੇ ਵਿੱਚ ਕੁਛ ਇਹੋ ਜਿਹੇ ਚਿਹਰੇ ਸਨ ਜਿਨ੍ਹਾਂ ਨੇ ਉਸ ਟਾਈਮ ਮਤਲਬ ਬੇਅਦਬੀ ਦੇ ਨਾਲ ਸ਼ੋਸ਼ਣ ਵੀ ਕੀਤਾ। ਤਾਂ ਉਹਦੀ ਅਸੀਂ ਅੱਜ ਨਿੰਦਿਆ ਕਰਦੇ ਹਾਂ। ਉਹ ਦੌਰ ਜਿਹੜਾ ਸਾਨੂੰ ਕਦੇ ਵੀ ਭੁੱਲਣਯੋਗ ਨਹੀਂ ਹੋਣਾ ਚਾਹੀਦਾ। ਤਾਂ ਜਿਵੇਂ ਕਿ ਅੱਜ ਵੀ ਸਰਕਾਰਾਂ ਦੇ ਕਈ ਚਿਹਰੇ ਨੇ ਜਿਹੜੇ ਕਿ 2002 ਦੇ ਵਿੱਚ ਕਿੰਨੇ ਹੀ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਇੰਨਾ ਵੱਡਾ ਘਾਣ ਜਿਹੜਾ ਹੋ ਰਿਹਾ ਹੈ, ਤਾਂ ਸਾਡੀ ਸਰਕਾਰਾਂ ਨੂੰ ਇਹਨਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ, ਸਮਝਣਾ ਚਾਹੀਦਾ ਹੈ। ਔਰ ਸਾਡੇ ਛੋਟੇ ਤੋਂ ਛੋਟੇ ਲੈ ਕੇ ਵੱਡੇ ਤੱਕ ਦੇ ਵਰਗ ਤੇ ਲੋਕਾਂ ਨੂੰ ਵੀ ਇਹਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਕਿ ਅਸਲ ਵਿੱਚ ਸਾਡੀਆਂ ਸਰਕਾਰਾਂ ਸਾਡੇ ਉੱਪਰ ਕਿਸ ਤਰ੍ਹਾਂ ਦਾ ਸ਼ਿਕੰਜਾ ਕੱਸਣਾ ਚਾਹੁੰਦੀਆਂ ਨੇ ਔਰ ਉਹ ਸ਼ਿਕੰਜੇ ਤੋਂ ਅਸੀਂ ਬਚਣਾ ਕਿਸ ਤਰ੍ਹਾਂ। ਤਾਂ ਮਤਲਬ ਉਹ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ, ਉਹ ਘੱਟ ਗਿਣਤੀ ਦੇ ਲੋਕਾਂ ਉੱਪਰ ਵੱਧ ਬੰਦਿਆਂ ਦਾ ਅਟੈਕ ਸੀ, ਜਿਹੜਾ ਕਿ ਉਹ ਧਰਮ ਦੇ ਨਾਂ 'ਤੇ ਸੀ, ਸਿਆਸਤ ਦੇ ਨਾਂ 'ਤੇ ਸੀ। ਤਾਂ ਬਿਲਕੁਲ ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਜੀ ਜੀ, ਸਰਕਾਰ ਨੂੰ ਕਸੂਰਵਾਰ ਮੰਨਦੇ ਹੋ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ? ਬਿਲਕੁਲ ਜੀ, ਬਿਲਕੁਲ। ਸਰਕਾਰ ਉਹਦੀ ਪੂਰਾ ਹਿੱਸੇਦਾਰ ਰਹੀ ਹੈ ਔਰ ਅੱਜ ਤੱਕ ਉਹਦਾ ਹਿੱਸੇਦਾਰ ਮਤਲਬ ਕਰ ਰਹੀ ਹੈ। ਤੇ ਜਿਹੜੀਆਂ ਸਿਆਸੀਆਂ ਪਾਰਟੀਆਂ ਹੁੰਦੀਆਂ ਨੇ, ਕੋਈ ਵੀ ਪਾਰਟੀ ਹੋਵੇ, ਉਹ ਵੋਟਾਂ ਬਟੋਰਨ ਦੇ ਲਈ ਇਸ ਨਾਮ ਤੇ ਯਾਨੀ ਕਿ ਸਾਕਾ ਨੀਲਾ ਧਾਰਾ ਤੇ ਲੋਕਾਂ ਕੋਲੋਂ ਵੋਟਾਂ ਬਟੋਰਦੀਆਂ ਨੇ। ਹਾਂਜੀ, ਬਿਲਕੁਲ। ਆਪਣੇ ਭਾਸ਼ਣਾਂ ਦੇ ਵਿੱਚ ਗੱਲ ਕਰ, ਬਿਲਕੁਲ ਜੀ, ਬਿਲਕੁਲ। ਤੇ ਜਿਹੜੇ ਜ਼ਖਮ ਨੇ ਉਹਨਾਂ ਤੇ ਮੱਲਮ ਨਹੀਂ ਲਾਉਂਦੀਆਂ ਬਲਕਿ ਲੂਣ ਛਿੜਕਦੀਆਂ, ਇਹ ਵੀ ਲੱਗਦਾ ਛਿੜਕਿਆ ਜਾਂਦਾ ਜੀ। ਜੀ, ਹਾਂਜੀ। ਤੁਹਾਡੀ ਕੀ ਭਾਜੀ ਪ੍ਰਤੀਕਿਰਿਆ ਹੈ ਇਸ ਨੂੰ ਲੈ ਕੇ? ਭਾਜੀ ਪਹਿਲਾਂ ਤਾਂ ਮੋਸਟਲੀ ਮੈਂ ਤਾਂ ਸੋਸ਼ਲ ਮੀਡੀਆ ਤੇ ਦੇਖਿਆ ਹੈ, ਕਿਉਂਕਿ ਪਹਿਲਾਂ ਆਪਾਂ ਨੂੰ ਤਾਂ ਪਤਾ ਨਹੀਂ, ਆਪਾਂ ਹੈ ਨਹੀਂ ਸੀ ਉਸ ਟਾਈਮ। ਕਿਉਂਕਿ ਜਦੋਂ ਦਾ ਇੰਸਟਾਗ੍ਰਾਮ, YouTube ਦੇਖਿਆ, ਦੇਖਦੇ ਹਾਂ ਵੀ ਜੂਨ 84 ਜਦੋਂ ਵੀਡੀਓ ਦੇਖਦੇ ਹਾਂ ਜਾਂ ਕੁਛ ਪਿਕਚਰ ਦੇਖਦੇ ਹਾਂ ਆਪਾਂ, ਤੇ ਕਾਫੀ ਮਾੜਾ ਹਾਲ ਹੋਇਆ ਪੰਜਾਬ ਦਾ ਉਸ ਟਾਈਮ। ਕਾਫੀ ਲੋਕਾਂ ਨੇ ਮੌਤਾਂ ਚੱਲੀਆਂ, ਕਾਫੀ ਲੋਕਾਂ ਨੇ ਆਪਦੇ ਘਰ-ਬਾਰ ਬਰਬਾਦ ਕੀਤੇ, ਕਈਆਂ ਨੇ ਆਪਦੇ ਪਰਿਵਾਰ ਹੀ ਗਵਾ ਦਿੱਤੇ ਸੀ ਉਸ ਟਾਈਮ 'ਚ, ਜੋ ਕਿ ਬਹੁਤ ਮਾੜਾ ਕੰਮ ਹੋਇਆ ਸੀ ਉਸ ਟਾਈਮ। ਬਾਕੀ ਸਰਕਾਰ ਕੋਈ ਵੀ ਹੋਵੇ, ਆਪਣੇ ਵਰਤੋਂ ਲਈ ਲੋਕਾਂ 'ਤੇ ਕਾਣ ਕਰੇਗੀ ਹੀ ਕਰੇਗੀ, ਜੋ ਅੱਜ ਵੀ ਹੋ ਰਿਹਾ ਹੈ। ਕਾਫੀ ਅੱਜ ਵੀ ਆਪਣੇ ਇੰਡੀਆ 'ਚ ਦੇਖ ਸਕਦੇ ਹਾਂ, ਈਵਨ ਦੈਟ ਕਿ ਸਰਕਾਰ ਦਾ ਕੋਈ ਧਰਮ ਨਹੀਂ ਹੁੰਦਾ ਜਿਨ੍ਹਾਂ ਨੇ ਗੰਦੀ ਪੋਲੀਟਿਕਸ ਕਰਨੀ ਹੁੰਦੀ ਹੈ। ਜਿਵੇਂ ਆਪਾਂ ਕਸ਼ਮੀਰ 'ਚ ਦੇਖਦੇ ਹਾਂ, ਈਵਨ ਦੈਟ ਕਿ ਸੋ ਕਾਲਡ ਕਿਹਾ ਜਾਂਦਾ ਹੈ ਵੀ ਹਿੰਦੂ ਪੋਲੀਟਿਕਸ ਕਰ ਰਿਹਾ ਸੈਂਟਰ 'ਚ, ਤੇ ਆਪਾਂ ਕਸ਼ਮੀਰ 'ਚ ਦੇਖਦੇ ਹਾਂ ਉਹ ਕਿਸੇ ਮੁਸਲਮਾਨ ਨੇ ਨਹੀਂ ਕੀਤਾ, ਉਹ ਸਾਰਾ ਇਹਨਾਂ ਸਰਕਾਰਾਂ ਦਾ ਕੀਤਾ ਕਰਾਇਆ। ਮੰਨ ਲਓ ਜੇ ਆਪਾਂ ਦੇਖਦੇ ਹਾਂ ਗੁਜਰਾਤ ਦੇ ਦੰਗਿਆਂ ਦਾ, ਉੱਥੇ ਵੀ ਸਰਕਾਰ ਦਾ ਹੱਥ ਹੈ, ਜੋ ਕਿ ਅੱਜ ਸੈਂਟਰ 'ਚ ਬੈਠੇ ਹੋਏ ਆ। ਤੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਤੇ ਪੰਜਾਬ ਵਿੱਚ ਜੇ ਆਪਾਂ 84 ਦੀ ਗੱਲ ਕਰਦੇ ਹਾਂ, ਪੰਜਾਬ ਦੇ ਵੀ ਲੋਕਲ ਲੀਡਰ ਇੱਥੇ ਨਾਲ ਹੀ ਸੀ ਉਹਨਾਂ ਦੇ। ਇਹਨਾਂ ਨੇ ਕੀ ਕੀਤਾ ਉਸ ਟਾਈਮ ਰੋਕਣ ਲਈ? ਇਹ ਵੀ ਤਾਂ ਅੱਗੋਂ ਖੜੇ ਹੋ ਸਕਦੇ ਸੀ। ਅੱਜ ਮੈਨੂੰ ਲੱਗਦਾ ਹੈ ਵੀ ਚੰਗੀਆਂ ਕੁਰਸੀਆਂ 'ਤੇ ਬੈਠੇ ਹੋਏ ਆ, ਇਹ ਸਾਰੇ ਅੰਗਰੇਜ਼ਾਂ ਤੋਂ ਲਾ ਚੱਲਿਆ ਆਉਂਦਾ ਹੈ।
ਕਿਉਂਕਿ ਉਸ ਟਾਈਮ ਵੀ ਪੰਜਾਬ ਦੇ ਲੋਕਾਂ ਨੂੰ ਦੱਬਣ ਵਿੱਚ ਇਹਨਾਂ ਅੱਜ ਲੈਂਡਲੋਰਡ ਨੇ ਪੰਜਾਬ ਦੇ, ਅੱਜ ਪੋਲਿਟਿਕਸ 'ਚ ਬੈਠੇ ਆ ਵੀ ਅਸੀਂ ਹਾਂ, ਉਹ ਸਾਰਾ ਉਸ ਟਾਈਮ ਤੋਂ ਚੱਲਿਆ ਆਉਂਦਾ। ਇਹਨਾਂ ਨੂੰ ਕੋਈ ਨਹੀਂ ਕਿਸੇ ਮਤਲਬ ਨਾਲ, ਨਾ ਇਹਨਾਂ ਨੂੰ ਆਦੇ ਧਰਮ ਨਾਲ, ਨਾ ਆਦੇ ਲੋਕਾਂ ਨਾਲ। ਇਵਨ ਦੈਟ ਕਿ ਮੈਂ ਕਈ ਵਾਰ ਭਗਤ ਸਿੰਘ ਬਾਰੇ ਵੀ ਸੁਣਦਾ ਵੀ ਭਗਤ ਸਿੰਘ ਸਾਰਾ ਕੋਈ, ਯਾਨੀ ਕਿ ਹੁਣ ਪੋਲਿਟਿਕਸ ਕਹਿੰਦੀ ਭਗਤ ਸਿੰਘ ਆ, ਭਾਵੇਂ ਕੋਈ ਵੀ ਪਾਰਟੀ ਹੈ, ਇੰਡੀਆ ਦੇ ਲੈਵਲ 'ਤੇ ਲੈ ਸੈਂਟਰ ਲੈਵਲ 'ਤੇ ਲੈ ਲਓ, ਆਪਣੀ ਸਟੇਟ 'ਤੇ ਲੈ ਲਓ, ਭਗਤ ਸਿੰਘ ਆਹੀ। ਭਗਤ ਸਿੰਘ ਦੀ ਸੋਚ ਨੂੰ ਕਿਸੇ ਨੇ ਸੋਚਿਆ ਹੀ ਨਹੀਂ ਵੀ ਕੀ ਹੈ। ਭਾਵੇਂ ਉਹ ਧਰਮ ਦੀ ਗੱਲ ਕਰਦੇ ਨੇ, ਬਾਕੀ ਜੇ ਆਪਾਂ ਧਰਮ ਨਾਲ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ ਹੈਗਾ ਵੀ ਉਹਨਾਂ ਦਾ ਕੀ ਵਿਚਾਰ ਸੀ। ਬਾਕੀ ਉਹ ਕਹਿੰਦੇ ਆ ਵੀ ਮੈਂ ਨਾਸਤਿਕ ਕਿਉਂ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਧਰਮ ਦੇ ਨਾਂ 'ਤੇ ਲੋਕਾਂ ਦਾ ਕਾਣ ਹੋਏਗਾ। ਇੱਥੇ ਲੋਕਾਂ ਨੂੰ ਕਸੂਰਵਾਰ ਮੰਨਿਆ ਜਾਊਗਾ ਜਾਂ ਸਰਕਾਰ ਨੂੰ ਕਸੂਰਵਾਰ ਮੰਨਿਆ ਜਾਏਗਾ? ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰਾਂ ਸਾਡੇ ਤੇ ਜਿਹੜੀਆਂ ਨੇ ਉਹ ਪੋਲਿਟਿਕਸ ਕਰਦੀਆਂ ਨੇ। ਇੱਥੇ ਤਾਂ ਸਰਕਾਰਾਂ ਦਾ ਇਸ ਤਰੀਕੇ ਆ ਵੀ ਹੁਣ ਸਰਕਾਰ ਨੇ ਤਾਂ ਕਰਨੀ ਆਦੀ ਰਾਜਨੀਤੀ, ਲੋਕਾਂ ਨੂੰ ਐਜੂਕੇਟ ਹੋਣ ਨਹੀਂ ਦੇ ਰਿਹਾ, ਕਿਉਂਕਿ ਐਜੂਕੇਸ਼ਨ ਹੀ ਮੇਨ ਜੋ ਲੋਕਾਂ ਨੂੰ ਸੁਧਾਰ ਸਕਦੀ ਹੈ ਦਿਮਾਗੀ ਪੱਖ ਤੋਂ। ਕਿਉਂਕਿ ਜੋ ਅੰਧ ਭਗਤ ਹੋਵੇਗਾ ਕਿਸੇ ਵੀ ਪਾਰਟੀ ਦਾ, ਕਿਸੇ ਵੀ ਤਬਕੇ ਨਾਲ ਜੁੜਾ ਹੋਵੇਗਾ, ਉਹਨੇ ਕੋਈ ਨਹੀਂ ਸੋਚਣਾ ਵੀ ਕੀ ਹੋ ਰਿਹਾ। ਸਰਕਾਰ ਇਸੇ ਕਰਕੇ ਐਜੂਕੇਸ਼ਨ ਦਾ ਵੀ ਅੱਜ ਮਾੜਾ ਹਾਲ ਕਰ ਰੱਖਿਆ ਵੀ ਲੋਕ ਪੜ੍ਹ ਕੇ ਜਾਂ ਲਿਖ ਕੇ ਵੀ ਸੋਚ ਨਾ ਸਕਣ ਵੀ ਸਾਡੇ ਨਾਲ ਹੋ ਕੀ ਰਿਹਾ। ਹੁਣ ਪੋਲਿਟਿਕਸ ਲੈਵਲ 'ਤੇ ਸਟੂਡੈਂਟ ਕਾਹਦੇ ਕੋਲੋਂ ਸਮਝ ਜਾਂਦਾ ਹੈ, ਕੋਈ ਮਾਸਟਰ ਕਰਕੇ, MA ਕਰਕੇ ਜਾਂ PhD ਲੈਵਲ ਤੱਕ, ਕਿਉਂਕਿ ਗ੍ਰੈਜੂਏਸ਼ਨ +2 ਤੱਕ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਕੀ ਹੋ ਰਿਹਾ। ਜਿੰਨਾ ਜ਼ਿਆਦਾ ਪੜ੍ਹਿਆ ਲਿਖਿਆ ਹੋਵੇਗਾ ਉਨਾ ਜ਼ਿਆਦਾ ਹੀ ਸਮਝ ਆਊਗੀ ਇਹਨਾਂ ਦੀ ਪੋਲਿਟਿਕਸ ਕਿਵੇਂ ਚੱਲ ਰਹੀ ਹੈ। ਇਹ ਤਾਂ ਮਾੜਾ ਹੀ ਹੈ, ਸਰਕਾਰਾਂ ਦਾ ਹੀ ਹੱਥ ਹੈ ਵੀ ਲੋਕਾਂ ਨੂੰ ਸਮਝਣ ਨਹੀਂ ਦਿੱਤਾ ਜਾ ਰਿਹਾ ਕੁਝ ਵੀ। ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਆਪਣੀ ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ, ਪਰ ਲੋਕਾਂ ਦਾ ਕਹਿਣਾ ਹੈ ਜਿਹੜਾ ਹਮਲਾ ਹੋਇਆ ਆਪਰੇਸ਼ਨ ਬਲੂ ਸਟਾਰ ਸਰਕਾਰ ਵੱਲੋਂ ਕੀਤਾ ਗਿਆ, ਉਸ ਦਾ ਕਸੂਰਵਾਰ ਲੋਕ ਸਰਕਾਰ ਨੂੰ ਹੀ ਦੱਸ ਰਹੇ ਨੇ। ਜੇਕਰ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਇਹੋ ਕਹਿਣਾ ਹੈ ਭਾਰਤ ਦੇ ਅੰਦਰ ਬੇਰੁਜ਼ਗਾਰੀ ਵੱਧ ਰਹੀ ਹੈ, ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ, ਅਨਪੜ੍ਹਤਾ ਵੀ ਵੱਧ ਰਹੀ ਹੈ, ਜਿਸ ਨੂੰ ਦੇਖਦੇ ਹੋਏ ਇਹ ਭਾਰਤ ਦਾ ਹੀ ਨੁਕਸਾਨ ਹੋ ਰਿਹਾ ਹੈ। ਪਰ ਜੇਕਰ ਗੱਲ ਕੀਤੀ ਜਾਵੇ 1984 ਦੀ ਤਾਂ ਕਈ ਸਵਾਲ ਖੜੇ ਹੋ ਜਾਂਦੇ ਨੇ। 1984 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੇ ਬਾਡੀਗਾਰਡ ਮਾਰ ਦਿੰਦੇ ਨੇ, ਜਿਸ ਤੋਂ ਬਾਅਦ 1 ਨਵੰਬਰ ਨੂੰ 1984 ਦਿੱਲੀ ਦੰਗੇ ਹੋ ਜਾਂਦੇ ਨੇ ਅਤੇ ਜਿੱਥੇ ਕਿਤੇ ਵੀ ਕੋਈ ਸਿੱਖ ਦਿਖਦਾ ਹੈ ਉਸ ਦਾ ਕਤਲੇਆਮ ਕਰ ਦਿੱਤਾ ਜਾਂਦਾ ਹੈ। ਇੰਨੀ ਵੱਡੀ ਨਸਲਕੁਸ਼ੀ ਹੁੰਦੀ ਹੈ ਅਤੇ ਕਿੰਨਾ ਵੱਡਾ ਘਾਟਾ ਪੈਂਦਾ ਹੈ। ਇਹ ਇਕੱਲੇ ਸਿੱਖ ਧਰਮ ਦੀ ਗੱਲ ਨਹੀਂ ਹੈ, ਹਰ ਧਰਮ ਦੀ ਗੱਲ ਹੈ। ਪਰ ਕਈ ਸਵਾਲ ਖੜੇ ਹੁੰਦੇ ਨੇ ਕਿਉਂਕਿ ਅਜੇ ਤੱਕ ਜਿਹੜਾ ਇਨਸਾਫ ਹੈ ਨਸਲਕੁਸ਼ੀ ਦਾ, ਉਹਨਾਂ ਪਰਿਵਾਰਾਂ ਨੂੰ ਨਹੀਂ ਮਿਲ ਚੁੱਕਿਆ ਇਨਸਾਫ ਜਿਨ੍ਹਾਂ ਦੇ ਬੱਚੇ ਮਰ ਚੁੱਕੇ ਨੇ ਦਿੱਲੀ ਦੰਗਿਆਂ ਦੇ ਵਿੱਚ, ਬਜ਼ੁਰਗ ਮਰ ਚੁੱਕੇ ਨੇ, ਭੈਣਾਂ ਮਰ ਚੁੱਕੀਆਂ ਨੇ, ਮਾਵਾਂ ਮਰ ਚੁੱਕੀਆਂ ਨੇ। ਅਜੇ ਵੀ ਕਈ ਸਵਾਲ ਖੜੇ ਹੋ ਜਾਂਦੇ ਨੇ। ਸਵਾਲ ਤਾਂ ਸਵਾਲ ਹੀ ਬਣ ਕੇ ਰਹਿ ਚੁੱਕਿਆ ਹੈ। ਤੁਹਾਨੂੰ ਇਹ ਪੇਸ਼ਕਸ਼ ਕਿਵੇਂ ਦੀ ਲੱਗੀ ਥੱਲੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ। ਦੇਖਦੇ ਰਹੋ ਸਟਾਰ ਕੈਨੇਡਾ TV।